ਭਾਰਤੀ ਸਫੀਰ ਸੀ ਉੱਥੇ ਇਸ ਵੇਲੇ ਕੰਮ ਕਰ ਰਹੇ ਸੀਗੇ, ਉਹਨਾਂ ਦੀ ਕੋਈ ਚੈਟ ਹੈਗੀ ਆ, ਉਹਦਾ ਜ਼ਿਕਰ ਆ ਰਿਹਾ ਬਾਰ-ਬਾਰ। ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਨੇ ਉਹਨਾਂ ਨੇ ਤਾਂ ਸਾਫ਼ ਸਟੇਟਮੈਂਟ ਦਿੱਤੀ ਵੀ ਅਸੀਂ ਹਰ ਹਾਲਤ ਵਿੱਚ ਕੈਨੇਡਾ ਦੇ ਨਾਲ ਖੜੇ ਹਾਂ। ਹੋਰ ਵੀ ਜਿਹੜੇ ਮੁਲਕ ਨੇ ਉਹ ਕੈਨੇਡਾ ਦਾ ਸਪੋਰਟ ਕਰ ਰਹੇ ਨੇ। ਆਈਸੋਲੇਟ ਕਿਸ ਤਰੀਕੇ ਨਾਲ ਹੋਊਗਾ ਵੀ ਤੁਹਾਡੇ ਹਿਸਾਬ ਨਾਲ? ऑडियो क्लिप नाल की होगा? ऑडियो क्लिप च हो सकता उन्हें क्या होवे भी अच्छा उसका मर्डर हो गया तो अच्छा हो गया, क्या होगा उसका? ਤੁਹਾਡੀ ਪੁਲਿਸ ਕੀ ਕਰ ਰਹੀ ਹੈ? 3 ਮਹੀਨੇ ਹੋ ਗਏ ਨੇ, ਤੁਸੀਂ ਅਜੇ ਤੱਕ ਕ੍ਰਿਮੀਨਲ ਆਇਡੈਂਟੀਫਾਈ ਨਹੀਂ ਕੀਤੇ। ਮੈਨੂੰ ਤਾਂ ਲੱਗਦਾ ਕ੍ਰਿਮੀਨਲ ਪ੍ਰੋਸੀਜਰ, ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਹੈ ਕੈਨੇਡਾ ਦੀ, ਉਹ ਇਸ ਵੇਲੇ ਧਰਾਸ਼ਾਹੀ ਹੋਈ ਪਈ ਹੈ। ਕੈਨੇਡਾ ਦਾ ਜ਼ਿਕਰ ਆਉਂਦਾ, ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਵੀ ਇੱਦੀ ਟਾਰਗੇਟ ਕੀਤਾ ਗਿਆ। ਤਾਂ ਇੱਕ ਸ਼ਬਦ ਵਰਤਿਆ ਜਾ ਰਿਹਾ ਟਾਰਗੇਟ ਕਿਲਿੰਗ, ਵੀ ਜਿਹੜੇ ਲੋਕ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਬਾਹਰ ਬੈਠ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਪੰਜਾਬ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਨੇ, ਤਾਂ ਕੁਝ ਲੋਕ ਸਿੱਧੇ ਤੌਰ ਤੇ ਰੈਡੀਕਲਸ ਕਹਿੰਦੇ ਨੇ, ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਖਾਲਿਸਤਾਨੀ ਸਮਰਥਕ ਨੇ। ਇਹ ਵੀ ਟਿੱਪਣੀਆਂ ਆ ਰਹੀਆਂ ਕਿ ਟਰੂਡੋ ਵੀ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਲੀਡ ਕਰ ਰਿਹਾ। ਇੱਦਾਂ ਦੀਆਂ ਟਿੱਪਣੀਆਂ ਵੀ ਜਿਹੜੀਆਂ ਸੋਸ਼ਲ ਮੀਡੀਆ 'ਤੇ ਆਪਾਂ ਦੇਖ ਰਹੇ ਹਾਂ। ਨਹੀਂ, ਮੈਨੂੰ ਨਹੀਂ ਕੋਈ ਇਤਰਾਜ਼ ਇਹਨਾਂ ਚੀਜ਼ਾਂ 'ਤੇ। ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਪਾਕਿਸਤਾਨ ਨੇ ਕਿਉਂ ਨਹੀਂ ਅਜੇ ਤੱਕ ਇਨਵੈਸਟੀਗੇਸ਼ਨ ਕੀਤੀ? ਸਾਡੇ ਘਰ 'ਚ ਕਿਸੇ ਦੀ ਡੈਥ ਹੋ ਜਾਵੇ, ਅਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਦੋਂ ਇਨਵੈਸਟੀਗੇਸ਼ਨ ਕਿਸੇ ਚੀਜ਼ ਦੀ ਨਹੀਂ ਹੁੰਦੀ, ਉਦੋਂ ਫਿਰ ਕਿਆਸ ਲਾਇਆ ਜਾਂਦਾ। ਸਾਡੇ ਮੁਲਕ 'ਚ ਮੈਨੂੰ ਲੱਗਦਾ ਕੋਈ ਜ਼ਿਆਦਾ ਅਲੱਗ ਨਹੀਂ ਹੈਗੇ। ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਉਹਦੇ ਵੀ ਹਲੇ ਤੱਕ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ। ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਫੇਲ ਹੋ ਜਾਂਦੀ ਹੈ। ਦੋ ਮੁਲਕਾਂ ਦੇ ਵਿਚਾਲੇ ਗੱਲਬਾਤ ਹੋਈ, ਡਾਇਲੋਗ ਹੋਣਾ ਚਾਹੀਦਾ ਸੀ, ਪਰ ਉਸ ਤਰੀਕੇ ਦਾ ਡਾਇਲੋਗ ਸ਼ਾਇਦ ਨਹੀਂ ਹੋ ਪਾਇਆ। ਲੱਗਦਾ ਕਿ ਦੋਹਾਂ ਮੁਲਕਾਂ ਨੂੰ ਇਸ ਮਸਲੇ ਤੇ ਸੰਜੀਦਗੀ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ, ਨਾ ਕਿ ਇਸ ਤਰੀਕੇ ਨਾਲ ਐਕਸ਼ਨ ਇੱਕ ਤੋਂ ਬਾਅਦ ਇੱਕ ਐਕਸ਼ਨ ਲੈਣੇ ਚਾਹੀਦੇ। ਇਹ ਸਾਰੀ ਗੱਲ ਦਾ ਜਿਹੜਾ ਮੂਲ ਹੈਗਾ, ਸਾਰੀ ਗੱਲ ਦੀ ਜਿਹੜੀ ਜੜ ਹੈ, ਉਹ ਟਰੂਡੋ ਦੀ ਸਟੇਟਮੈਂਟ ਹੈਗੀ ਹੈ ਜਿਹੜੀ ਉਹਨੇ ਪਾਰਲੀਮੈਂਟ 'ਚ ਦਿੱਤੀ ਹੈ। ਐਜ਼ ਅ ਪੱਤਰਕਾਰ ਜੋ ਮੈਨੂੰ ਲੱਗਦਾ ਉਹ ਹੈ ਵੀ ਜੇ ਟਰੂਡੋ ਨੇ ਕੋਈ ਸਟੇਟਮੈਂਟ ਦਿੱਤੀ ਹੈ ਤੇ ਉਹਦਾ ਐਵੀਡੈਂਸ ਵੀ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਉਹ ਜ਼ਿੰਮੇਵਾਰ ਪ੍ਰਾਈਮ ਮਿਨਿਸਟਰ ਹੈ। ਕੈਨੇਡੀਅਨ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦੇ ਰੂਪ 'ਚ ਚਲਾ ਰਿਹਾ ਹੈਗਾ, ਤੇ ਉਹ ਤੋਂ ਇੱਕ ਮੈਚਿਓਰਿਟੀ ਐਕਸਪੈਕਟ ਕੀਤੀ ਜਾਂਦੀ ਸੀ। ਜੇ ਤੈਨੂੰ ਲੱਗਦਾ ਇਹਨੇ ਕੀਤਾ ਹੈ, ਉਹਦੇ ਬਾਰੇ ਕੈਨੇਡੀਅਨ ਪੁਲਿਸ ਨੇ ਪਿਛਲੇ 3 ਮਹੀਨਿਆਂ 'ਚ ਕੀ ਐਵੀਡੈਂਸ ਦਿੱਤਾ? ਵੀ ਮਰਡਰ ਕਰਨ ਵਾਲੇ 1 ਸੀ, 2 ਸੀ, 3 ਸੀ, 4 ਸੀ, 5 ਸੀ। ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਗੱਡੀ 'ਚ ਆਏ ਸੀ, ਕਿ ਮੋਬਾਈਲ ਤੇ ਆਏ ਸੀ, ਜਾਂ ਕਿੱਦਾਂ ਆਏ ਸੀ। ਕਮ ਸੇ ਕਮ ਇੱਕ ਬੇਸਿਕ ਜਿਹੜੀ ਕ੍ਰਿਮੀਨਲ ਸਟੇਟਮੈਂਟ ਹੈਗੀ ਹੈ, ਉਹ ਤੇ ਕੈਨੇਡਾ ਨੂੰ ਰਿਲੀਜ਼ ਕਰਨੀ ਚਾਹੀਦੀ ਹੈ। ਜਦੋਂ G20 ਸੰਮੇਲਨ ਸੀਗਾ, ਮੈਂ ਉਹਦੇ ਵਿੱਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਤਰੀਕੇ ਦੀ ਗੱਲਬਾਤ ਜਾਂ ਉਸ ਤਰੀਕੇ ਦਾ ਰਿਸਪੌਂਸ ਨਹੀਂ ਆਇਆ। ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਸੂਟ ਦੇਣ ਦਾ ਇੱਕ ਪ੍ਰੋਵੀਜ਼ਨ ਦਿੱਤਾ ਗਿਆ। ਉਹਦੇ 'ਚ ਹੁੰਦਾ ਸੀ ਕਿ ਬੁਲੇਟ ਪ੍ਰੂਫ ਹੈ, ਸਿਕਿਉਰਿਟੀ ਐਂਡ ਆਲ ਦੋਸ ਕਾਈਂਡ ਆਫ ਥਿੰਗਸ। ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਆਲਟਰਨੇਟਿਵ ਫਲਾਈਟ ਦੀ ਆਫਰ ਕੀਤੀ, ਉਹ ਵੀ ਉਹਨਾਂ ਨੇ ਮਨਾ ਕਰਤੀ। ਲੇਕਿਨ ਉਹ ਉਸ ਹੋਟਲ 'ਚ ਬੈਠੇ ਰਹੇ 2 ਦਿਨ, 2.5 ਦਿਨ, ਵਟਐਵਰ। ਇਹ ਇੱਕ ਬਬਲ ਸੀਗਾ ਜਿਹੜਾ ਟਰੂਡੋ ਨੇ ਆਫਟਰ ਹਿਸ ਸ਼ੁਡ ਆਈ ਕਾਲ ਇਟ ਫਰਸਟ੍ਰੇਸ਼ਨ, ਖਾਸ ਕਰਕੇ ਕੈਨੇਡਾ ਹੋ ਗਿਆ ਜਾਂ ਅਮਰੀਕਾ ਹੋ ਗਿਆ ਜਾਂ ਆਸਟ੍ਰੇਲੀਆ ਹੋ ਗਿਆ, ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਇੱਧਰਲੇ ਪਾਸੇ ਨੂੰ ਜਾ ਰਹੇ ਨੇ। ਵਿਦਿਆਰਥੀ ਵਰਗ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਤਾਂ ਆਮ ਲੋਕਾਂ ਨੂੰ ਸਫ਼ਰ ਕਰਨਾ ਪੈਂਦਾ। ਮੈਂ ਸਿਰਫ ਹੱਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਹੁਣ ਕੀ ਕਰ ਲੈਣਾ ਚਾਹੀਦਾ। ਤੇ ਮੈਨੂੰ ਲੱਗਦਾ ਬੱਚਿਆਂ ਨੂੰ, ਬੱਚਿਆਂ ਦੇ ਮਾਤਾ-ਪਿਤਾ ਨੂੰ, ਵਪਾਰੀਆਂ ਨੂੰ, ਜਿਨ੍ਹਾਂ ਦੇ ਕਈ ਬਿਜ਼ਨਸ ਸਟੇਟਸ ਨੇ, ਉਹਨਾਂ ਸਾਰਿਆਂ ਨੂੰ ਦੇ ਵਿਲ ਹੈਵ ਟੂ ਵੇਟ ਐਂਡ ਵਾਚ। ਇਹ ਹੁਣ ਪੇਚਾ ਸੋਲਵ ਉਦੋਂ ਹੀ ਹੋਊਗਾ ਜਦੋਂ ਟਰੂਡੋ ਐਵੀਡੈਂਸ ਦੇਗਾ। ਜੇ ਟਰੂਡੋ ਐਵੀਡੈਂਸ ਨਹੀਂ ਦਿੰਦਾ, ਫਿਰ ਅਲੱਗ ਸਥਿਤੀ ਬਣੇਗੀ। ਜਿਹੜੇ ਲੋਕ ਨੇ ਜਾਂ ਪੋਲੀਟੀਸ਼ੀਅਨ ਨੇ ਖਾਸ ਕਰਕੇ, ਉਹ ਜਿੰਨਾ ਚਿਰ ਸਬੂਤ ਨਹੀਂ ਹੁੰਦਾ ਜਾਂ ਕੋਈ ਪੱਕੇ ਅੰਕੜੇ ਨਹੀਂ ਹੁੰਦੇ, ਉਹਨਾਂ ਚੱਕਰ ਕੋਈ ਇਦਾਂ ਦੀ ਗੱਲ ਨਹੀਂ ਕਰਦੇ। ਪਰ ਲੱਗਦਾ ਕਿ ਇਹਦੇ ਪਿੱਛੇ ਕੋਈ ਪੋਲੀਟੀਕਲ ਕਾਰਨ ਹੋ ਸਕਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਵੀ ਹੋਣੀਆਂ ਨੇ ਕੈਨੇਡਾ ਦੇ। ਟਰੂਡੋ ਮਾਈਨੋਰਿਟੀ ਗਵਰਨਮੈਂਟ ਚਲਾ ਰਿਹਾ, ਉਹਦੇ 'ਚ ਉਹਨੂੰ 1 ਜਾਂ 2 ਵੋਟਾਂ ਡੈਮੋਕ੍ਰੈਟਿਕ ਪਾਰਟੀ ਆਫ ਖਾਲਿਸਤਾਨ ਇੱਕ ਹੈਗੀ ਹੈ ਉੱਥੇ ਕੈਨੇਡਾ 'ਚ, ਉਹਦੀਆਂ 1 ਜਾਂ 2 ਵੋਟਾਂ ਨੇ, ਮੈਨੂੰ ਐਗਜ਼ੈਕਟ ਨਹੀਂ ਪਤਾ, ਲੇਕਿਨ ਇੱਕ ਤੇ ਪੱਕੀ ਹੈ। ਉਹ ਇੱਕ ਸਟੇਟਸਮੈਨ, ਇੰਟਰਨੈਸ਼ਨਲ ਪੋਲੀਟੀਸ਼ੀਅਨ ਦੀ ਤਰ੍ਹਾਂ ਨਹੀਂ ਬਿਹੇਵ ਕਰ ਰਿਹਾ। ਉਹ ਇੱਕ ਇਮੈਚੁਰ, ਇਨਸਿਕਿਉਰ ਪ੍ਰਾਈਮ ਮਿਨਿਸਟਰ ਦੀ ਤਰ੍ਹਾਂ ਬਿਹੇਵ ਕਰ ਰਿਹਾ। ਉਹਨੇ ਇੱਕ ਸਾਫ਼ ਜ਼ਿਕਰ ਕੀਤਾ, ਕਹਿੰਦੇ ਕਿ ਇਹ ਮੈਟਰ ਨਹੀਂ ਕਰਦਾ ਉਹ ਕਿਸ ਖਿੱਤੇ ਦੇ ਨਾਲ ਜੁੜਿਆ ਹੋਇਆ ਇਨਸਾਨ ਸੀ ਜਾਂ ਕਿਸ ਧਰਮ ਨਾਲ ਜੁੜਿਆ ਹੋਇਆ ਇਨਸਾਨ ਸੀ। ਕਹਿੰਦੇ ਉਹ ਕੈਨੇਡੀਅਨ ਸਿਟੀਜ਼ਨ ਸੀਗਾ। ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ। ਸੋ ਇਹ ਸਾਰਾ ਚੱਕਰ ਵੀ ਕੈਨੇਡਾ ਦੇ ਅੰਦਰ ਹੀ ਕਿਉਂ ਜਾ ਕੇ ਇਲੀਗਲ ਇਮੀਗ੍ਰੈਂਟਸ ਪੈ ਜਾਂਦੇ ਨੇ। ਕੈਨੇਡਾ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਲੀਗਲ ਇਮੀਗ੍ਰੈਂਟਸ ਨੂੰ ਮੈਂ ਕਿਉਂ ਪਨਾਹ ਦੇ ਰਿਹਾ।
ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਦੇਸ਼ ਦੇ ਵਿੱਚ ਤੇ ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਨਾਲ ਦੂਸਰੇ ਪਾਸੇ ਕੈਨੇਡਾ, ਦੋਹਾਂ ਮੁਲਕਾਂ ਦੇ ਵਿਚਾਲੇ ਜਿਹੜੇ ਹਾਲਾਤ ਬਣੇ ਹੋਏ ਨੇ ਇਹਨਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿ ਇਹਦੇ ਨਾਲ ਨੁਕਸਾਨ ਕਿਸ ਦਾ ਹੋ ਰਿਹਾ, ਅਲਟੀਮੇਟ ਨੁਕਸਾਨ ਕਿਸ ਦਾ ਹੋ ਰਿਹਾ। ਜੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਆਪਸ 'ਚ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਵੱਲ ਚੱਲਦੀਆਂ ਤਾਂ ਸ਼ਾਇਦ ਇਦਾਂ ਦੇ ਹਾਲਾਤ ਨਾ ਪੈਦਾ ਹੁੰਦੇ। ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਨਾਲ ਦੇ ਨਾਲ, ਕਿਉਂਕਿ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਆਮ ਤੌਰ ਤੇ ਕੈਨੇਡਾ ਦਾ ਜਦੋਂ ਜ਼ਿਕਰ ਆਉਂਦਾ ਤਾਂ ਪੰਜਾਬ ਸਿੱਧੇ ਤੌਰ ਤੇ ਜੁੜਿਆ ਹੁੰਦਾ, ਕਿਉਂਕਿ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉੱਥੇ ਜਾ ਕੇ ਪੜ੍ਹਾਈ ਕਰਨ ਦਾ ਸੋਚ ਰਹੇ ਨੇ ਜਾਂ ਆਪਣਾ ਭਵਿੱਖ ਸੋਚ ਰਹੇ ਨੇ ਉੱਥੇ ਜਾ ਕੇ। ਤਾਂ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਕੇਸ ਰੁਕ ਚੁੱਕੇ ਨੇ, ਫਾਈਲਾਂ ਰੁਕ ਚੁੱਕੀਆਂ ਨੇ, ਕਿਉਂਕਿ ਵੀਜ਼ਾ ਜਿਹੜੀ ਪ੍ਰਣਾਲੀ ਹੈ ਉੱਤੇ ਵੀ ਲਗਾਮ ਲੱਗ ਚੁੱਕੀ ਹੈ, ਉੱਤੇ ਵੀ ਉਹਨੂੰ ਵੀ ਰੋਕ ਦਿੱਤਾ ਗਿਆ ਹੈਗਾ। ਤਾਂ ਬਹੁਤ ਸਾਰੇ ਕਿੰਤੂ ਪਰੰਤੂ ਨੇ। ਇਹਨਾਂ ਤਮਾਮ ਮਸਲਿਆਂ ਤੇ ਗੱਲਬਾਤ ਕਰਨੀ ਸਾਡੇ ਨਾਲ ਸੀਨੀਅਰ ਪੱਤਰਕਾਰ ਅਜੇ ਭਾਰਦਵਾਜ ਜੀ ਨੇ। ਗੱਲਬਾਤ ਕਰਕੇ ਸਮਝਾਂਗੇ ਕਿ ਪੂਰੇ ਮਸਲੇ ਨੂੰ ਕਿਸ ਨਜ਼ਰੀਏ ਨਾਲ ਸਮਝਦੇ ਨੇ। ਸਰ, ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਨੇ, ਕਿਉਂਕਿ ਦੋ ਮੁਲਕਾਂ ਦੇ ਵਿਚਾਲੇ ਗੱਲਬਾਤ ਹੋਈ, ਡਾਇਲੋਗ ਹੋਣਾ ਚਾਹੀਦਾ ਸੀ ਪਰ ਉਸ ਤਰੀਕੇ ਦਾ ਡਾਇਲੋਗ ਸ਼ਾਇਦ ਨਹੀਂ ਹੋ ਪਾਇਆ। ਲੱਗਦਾ ਕਿ ਦੋਹਾਂ ਮੁਲਕਾਂ ਨੂੰ ਇਸ ਮਸਲੇ ਤੇ ਸੰਜੀਦਗੀ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ, ਨਾ ਕਿ ਇਸ ਤਰੀਕੇ ਨਾਲ ਐਕਸ਼ਨ ਇੱਕ ਤੋਂ ਬਾਅਦ ਇੱਕ ਐਕਸ਼ਨ ਲੈਣੇ ਚਾਹੀਦੇ ਨੇ। ਦੇਖੋ, ਇਹ ਗੱਲ ਕਿੱਥੋਂ ਸ਼ੁਰੂ ਹੋਈ ਹੈ? ਇਹ ਗੱਲ ਸ਼ੁਰੂ ਹੋਈ ਹੈ ਜਦੋਂ ਪਾਰਲੀਮੈਂਟ ਦੇ ਵਿੱਚ, ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਟਰੂਡੋ ਨੇ ਬਿਆਨ ਦੇ ਦਿੱਤਾ ਕਿ ਇੰਡੀਅਨ ਏਜੰਸੀਜ਼ ਦਾ ਹੱਥ ਹੈ ਨਿੱਜਰ ਦੇ ਅਸੈਸੀਨੇਸ਼ਨ 'ਚ, ਕਿਲਿੰਗ 'ਚ। ਇਹ ਗੱਲ ਸਾਰੀ ਉੱਥੋਂ ਸ਼ੁਰੂ ਹੋਈ ਹੈ। ਅੱਛਾ, ਨਾਲ ਉਹਨੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਕ੍ਰੈਡੀਬਲ ਐਲੀਗੇਸ਼ਨ ਜਾਂ ਪਰਸੀਵਡ ਐਵੀਡੈਂਸ। ਉਹਨੇ ਦੋਨੋਂ ਸ਼ਬਦ ਜਿਹੜੇ ਨੇ, ਦੋਨੋਂ ਐਕਸਪ੍ਰੈਸ਼ਨ ਜਿਹੜੇ ਨੇ, ਬੜੇ ਅਨਸਰਟਨ ਐਕਸਪ੍ਰੈਸ਼ਨ ਨੇ। ਅਨਸਰਟਨ ਦਾ ਮਤਲਬ ਹੁੰਦਾ ਵੀ ਇਹਦੇ 'ਚ ਕੁਝ ਨਹੀਂ ਪਤਾ, ਪੱਕਾ ਕੁਝ ਨਹੀਂ ਹੈਗਾ। ਤੇ ਉਹ ਸਾਰੀ ਗੱਲ ਉੱਥੋਂ ਸ਼ੁਰੂ ਹੋਈ। ਉਹਦਾ ਅੰਜਾਮ ਇਹ ਹੋਇਆ ਕਿ ਉਹਨਾਂ ਨੇ ਸਾਡਾ ਆਪਣਾ ਕੌਂਸੂਲੇਟ ਦਾ ਮੈਂਬਰ ਬਾਹਰ ਕੱਢਿਆ ਤੇ ਅਸੀਂ ਵੀ ਫਿਰ ਇੱਧਰੋਂ ਰਿਐਕਸ਼ਨ ਕੀਤਾ। ਉਹਦੇ ਬਾਅਦ ਦੋਨਾਂ ਕੰਟਰੀਜ਼ ਦੇ ਵਿੱਚ ਇੱਕ ਬੜਾ ਕੋਲਡ ਰਿਲੇਸ਼ਨ ਬਿਲਡ ਹੋਣਾ ਸ਼ੁਰੂ ਹੋ ਗਿਆ। ਡਿਪਲੋਮੈਟਿਕ ਵਾਰ ਸ਼ੁਰੂ ਹੋ ਗਈ ਇੱਕ ਤਰੀਕੇ ਨਾਲ। ਇੰਡੀਆ ਨੇ ਫਿਰ ਉਸ ਪ੍ਰੋਸੈਸ 'ਚ ਆ ਕੇ ਥੋੜ੍ਹਾ ਜਿਹਾ ਇੱਕ ਸਟੈਪ ਫਰਦਰ ਲੈ ਕੇ ਵੀਜ਼ਾ ਬੰਦ ਕਰਤੇ। ਉਹਨਾਂ ਨੇ, ਇੰਡੀਆ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਆਪਣੀ ਕੌਂਸੂਲੇਟ ਜਿਹੜੀ ਸਟਰੈਂਥ ਹੈਗੀ ਹੈ ਇੱਥੇ ਇੰਡੀਆ 'ਚ, ਉਹ ਘਟਾਓ। ਤਾਂ ਇਹ ਸਾਰੀ ਗੱਲ ਦਾ ਜਿਹੜਾ ਮੂਲ ਹੈਗਾ, ਸਾਰੀ ਗੱਲ ਦੀ ਜਿਹੜੀ ਜੜ ਹੈ, ਉਹ ਟਰੂਡੋ ਦੀ ਸਟੇਟਮੈਂਟ ਹੈਗੀ ਹੈ ਜਿਹੜੀ ਉਹਨੇ ਪਾਰਲੀਮੈਂਟ 'ਚ ਦਿੱਤੀ ਹੈ। ਹੁਣ ਮੇਰਾ ਜਿਹੜਾ ਸਵਾਲ ਖੜਾ ਹੁੰਦਾ, ਜਿਹੜਾ ਵੱਡਾ ਸਵਾਲ ਖੜਾ ਹੁੰਦਾ ਮੈਨੂੰ ਐਜ਼ ਏ ਪੱਤਰਕਾਰ, ਜੋ ਮੈਨੂੰ ਲੱਗਦਾ ਉਹ ਹੈ ਵੀ ਜੇ ਟਰੂਡੋ ਨੇ ਕੋਈ ਸਟੇਟਮੈਂਟ ਦਿੱਤੀ ਹੈ ਤੇ ਉਹਦਾ ਐਵੀਡੈਂਸ ਵੀ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਉਹ ਜ਼ਿੰਮੇਵਾਰ ਪ੍ਰਾਈਮ ਮਿਨਿਸਟਰ ਹੈ ਐਂਡ ਬੜੀ ਜ਼ਿੰਮੇਵਾਰ ਪੋਜੀਸ਼ਨ ਤੇ ਹੈਗਾ, ਇੰਟਰਨੈਸ਼ਨਲ ਲੀਡਰ ਹੈ ਔਰ ਉਹ ਦੂਜੀ ਟਰਮ ਉਹ ਕੈਨੇਡੀਅਨ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਦੇ ਰੂਪ 'ਚ ਚਲਾ ਰਿਹਾ ਹੈਗਾ। ਤੇ ਉਹ ਤੋਂ ਇੱਕ ਮੈਚਿਓਰਿਟੀ ਐਕਸਪੈਕਟ ਕੀਤੀ ਜਾਂਦੀ ਸੀ ਵੀ ਜਦੋਂ ਤੁਸੀਂ ਕਹਿ ਰਹੇ ਹੋ ਵੀ ਹਾਂਜੀ ਮੈਨੂੰ ਲੱਗਦਾ ਮਰਡਰ ਹੋਇਆ ਤੇ ਮੈਨੂੰ ਲੱਗਦਾ ਇਹਨੇ ਕੀਤਾ, ਵੀ ਜੇ ਤੈਨੂੰ ਲੱਗਦਾ ਇਹਨੇ ਕੀਤਾ, ਉਹਦੇ ਬਾਰੇ ਕੈਨੇਡੀਅਨ ਪੁਲਿਸ ਨੇ ਪਿਛਲੇ 3 ਮਹੀਨਿਆਂ 'ਚ ਕੀ ਐਵੀਡੈਂਸ ਦਿੱਤਾ? ਜਦੋਂ ਵੀ ਆਪਾਂ ਜਾਣਦੇ ਹਾਂ ਵੀ ਜਦੋਂ ਵੀ ਕੋਈ ਮਰਡਰ ਹੁੰਦਾ ਹੈ ਤੇ ਪੁਲਿਸ ਫਟਾਫਟ ਪਹਿਲਾਂ ਸਸਪੈਕਟਸ ਨੂੰ ਫੜਦੀ ਹੈ, ਫਿਰ ਉਹਨਾਂ ਲਿੰਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਫੜਦੀ ਹੈ, ਫਿਰ ਜ਼ੀਰੋ ਇਨ ਕਰਦੀ ਹੈ ਵੀ ਕਿਹੜਾ ਬੰਦਾ ਮਰਡਰ ਸੀਗਾ ਕਿਹੜਾ ਨਹੀਂ ਸੀਗਾ। 3 ਮਹੀਨਿਆਂ 'ਚ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਮਰਡਰ ਕਰਨ ਵਾਲੇ 1 ਸੀ, 2 ਸੀ, 3 ਸੀ, 4 ਸੀ, 5 ਸੀ। ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਗੱਡੀ 'ਚ ਆਏ ਸੀ ਕਿ ਮੋਬਾਈਲ ਤੇ ਆਏ ਸੀ ਜਾਂ ਕਿੱਦਾਂ ਆਏ ਸੀ। ਕਮ ਸੇ ਕਮ ਇੱਕ ਬੇਸਿਕ ਜਿਹੜੀ ਕ੍ਰਿਮੀਨਲ ਸਟੇਟਮੈਂਟ ਹੈਗੀ ਹੈ ਉਹ ਤੇ ਕੈਨੇਡਾ ਨੂੰ ਰਿਲੀਜ਼ ਕਰਨੀ ਚਾਹੀਦੀ ਹੈ ਨਾ। ਕ੍ਰਿਮੀਨਲ ਸਟੇਟਮੈਂਟ ਦਾ ਮਤਲਬ ਹੈ ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਸਟੇਟਮੈਂਟ। ਉਹ ਤੇ ਉਹ ਪਹਿਲਾਂ ਉਹ ਥੋੜੀ ਜਿਹੀ ਰਿਵੀਲ ਕਰੋ, ਉਹ ਤੋਂ ਬਾਅਦ ਤੁਸੀਂ ਫਿਰ ਇੰਪਲੀਕੇਸ਼ਨ ਕੱਢੋ ਵੀ ਮੈਂ ਇੱਕ ਬੰਦੇ ਨੂੰ ਫੜ ਲਿਆ, ਉਹ ਕਨਫੈਸ ਨਹੀਂ ਕਰ ਰਿਹਾ, ਉਹ ਇੰਡੀਕੇਟ ਕਰ ਰਿਹਾ ਕਿ ਮੇਰੇ ਏਜੰਸੀਜ਼ ਨਾਲ ਲਿੰਕ ਨੇ, ਫਿਰ ਤੇ ਤੁਸੀਂ ਅੱਗੇ ਗੱਲ ਕਰੋ। ਜਦੋਂ ਤੱਕ ਤੁਸੀਂ ਹਜੇ ਤੱਕ ਕ੍ਰਿਮੀਨਲ ਫੜੇ ਨਹੀਂ, ਤੁਸੀਂ ਹਜੇ ਤੱਕ ਕੋਈ ਐਵੀਡੈਂਸ ਨਹੀਂ ਲਿਆ ਫਰੋਮ ਦਾ ਸਪੌਟ ਆਫ ਮਰਡਰ, ਤੇ ਤੁਸੀਂ ਇੱਕ ਜਿਹੜਾ ਨੈਰੇਟਿਵ ਇੱਕ ਨਵਾਂ ਬਿਲਡ ਕਰ ਰਹੇ ਹੋ, ਉਸ ਤੋਂ ਬਾਅਦ ਤੇ ਫਿਰ ਇੰਡੀਆ ਦਾ ਰਿਐਕਸ਼ਨ ਕਰਨਾ ਮੈਨੂੰ ਲੱਗਦਾ ਕਿ ਗਲਤ ਨਹੀਂ ਹੈਗਾ। ਪਰ ਇਹ ਸਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ, ਜਦੋਂ ਇਹ ਗੱਲਬਾਤ ਸ਼ੁਰੂ ਹੋਈ, ਤੁਸੀਂ ਕਹਿੰਦੇ ਕਿ ਉਦੋਂ ਸ਼ੁਰੂ ਹੋਈ ਜਦੋਂ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਆਉਂਦੀ ਹੈ ਜਿਹੜੇ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਦਿੰਦੇ ਨੇ। ਪਰ ਉਸ ਸਟੇਟਮੈਂਟ ਜੇ ਤੁਸੀਂ ਸੁਣੀ ਆ, ਉਹਦੇ ਵਿੱਚ ਇੱਕ ਜ਼ਿਕਰ ਉਹਨਾਂ ਨੇ ਕੀਤਾ ਕਿ ਜਦੋਂ G20 ਸੰਮੇਲਨ ਸੀਗਾ, ਮੈਂ ਉਹਦੇ ਵਿੱਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਤਰੀਕੇ ਦੀ ਗੱਲਬਾਤ ਜਾਂ ਉਸ ਤਰੀਕੇ ਦਾ ਰਿਸਪੌਂਸ ਨਹੀਂ ਆਇਆ।
ਉਹ ਕਹਿੰਦੇ ਮੈਂ ਡਾਇਲੋਗ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੱਗੇ ਨਹੀਂ ਆਇਆ ਕੋਈ ਉੱਦਾਂ ਦੀ ਰਿਸਪੌਂਸ ਨਹੀਂ ਆਇਆ, ਇਗਨੋਰ ਕੀਤਾ ਗਿਆ, ਇਗਨੋਰੈਂਸ ਵਰਤੀ ਗਈ, ਤਾਂ ਸ਼ਾਇਦ ਉਹਦੇ ਕਰਕੇ ਵੀ ਇਦਾਂ ਦੇ ਹਾਲਾਤ ਇਹ ਸਟੇਟਮੈਂਟ ਮੈਂ ਨਹੀਂ ਪੜ੍ਹੀ ਟਰੂਡੋ ਦੀ, ਮੈਨੂੰ ਨਹੀਂ ਲੱਗਦਾ ਕਿ ਸਟੇਟਮੈਂਟ ਆਈ ਹੈ, ਜੇ ਆਈ ਹੈ ਤਾਂ ਹੋ ਸਕਦਾ ਹੈ ਮੇਰੇ ਨਜ਼ਰਾਂ 'ਚ ਨਾ ਆਈ ਹੋਵੇ, ਲੇਕਿਨ ਟਰੂਡੋ ਦਾ ਤੇ ਇਸ ਸਰਕਾਰ ਦਾ ਜਿਹੜਾ ਕੋਲਡ ਰਿਲੇਸ਼ਨ ਹੈ ਇਹ ਬੜੀ ਪੁਰਾਣੀ ਚੱਲ ਰਿਹਾ। ਟਰੂਡੋ 2018 'ਚ ਇੱਕ ਹਫ਼ਤੇ ਲਈ ਇੰਡੀਆ ਆਏ ਸੀਗੇ, ਪੰਜਾਬ 'ਚ ਰਹੇ। ਪੰਜਾਬ 'ਚ ਜਦੋਂ ਗਏ ਕੈਪਟਨ ਅਮਰਿੰਦਰ ਸਿੰਘ ਉਦੋਂ ਚੀਫ ਮਿਨਿਸਟਰ ਹੁੰਦੇ ਸੀਗੇ, ਉਹਨਾਂ ਨੇ ਉਹਨੂੰ ਰਿਸੀਵ ਨਹੀਂ ਕੀਤਾ। 에ਅਰਪੋਰਟ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕੀਤਾ ਸੀ। he did not pay any heed because he was carrying lot of radicals with him. He was carrying lot of hard ਜਿਹਨੂੰ ਕਹਿੰਦੇ ਨੇ hardcore ਮੈਂ ਹੁਣ ਕੀ ਕਹਾਂ, ਖਾਲਿਸਤਾਨੀ ਕਹਾਂ ਜਾਂ ਸੈਸੈਸ਼ਨਿਸਟ ਕਹਾਂ ਜਾਂ ਰੈਡੀਕਲਸ ਕਹਾਂ, ਇਹਦੀ ਟਰਮ ਇਜ਼ ਆਲ ਰਿਲੇਟਿਵ ਹੈ ਨਾ, ਤਾਂ ਮੈਂ ਉਹਨੂੰ ਡਿਫਾਈਨ ਕਰਨ ਦੀ ਮੇਰੇ ਕੋਲ ਸ਼ਬਦ ਨਹੀਂ ਹੈਗਾ ਕੋਈ। ਲੇਕਿਨ ਇਹ ਹੈ ਕਿ ਇਹ ਇੱਕ ਬਿਊਰਾ ਸੀਗਾ। 7 ਦਿਨ ਲਈ ਉਹ ਆਏ ਸੀ 2018 ਚ, ਪ੍ਰਾਈਮ ਮਿਨਿਸਟਰ ਨੂੰ ਉਹ ਮਿਲੇ 6ਵੇਂ ਦਿਨ, 7ਵੇਂ ਦਿਨ ਉਹਨਾਂ ਦੀ ਫਲਾਈਟ ਸੀ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਹ ਜਿਹੜਾ ਹੋਇਆ ਹੈ ਇਹਦੀ ਇੱਕ ਬੜੀ ਲੰਬੀ ਤਾਰ ਹੈ, ਇਹਦੀ ਇੱਕ ਬੜਾ ਲੰਬਾ ਕਨੈਕਸ਼ਨ ਹੈ, ਇਹਦਾ ਇੱਕ ਲੰਬਾ ਕੋਈ ਕਾਰਨ ਹੈ ਜਿਹਦੇ ਕਰਕੇ ਹੋਇਆ। ਹੁਣ ਟਰੂਡੋ ਦਾ ਜਹਾਜ਼ ਖਰਾਬ ਹੋ ਗਿਆ, 2 ਦਿਨ ਉਹ ਦਿੱਲੀ ਬੈਠੇ ਰਹੇ। ਦਿੱਲੀ ਬੈਠ ਕੇ ਜਿੱਦਾਂ ਹੁਣ ਰਿਪੋਰਟਸ ਬਾਅਦ 'ਚ ਆਈਆਂ ਨੇ, ਉਹਨਾਂ ਨੇ ਰਿਪੋਰਟਸ 'ਚ ਆਇਆ ਹੈ ਕਿ ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਸੂਟ ਦੇਣ ਦਾ ਇੱਕ ਪ੍ਰੋਵੀਜ਼ਨ ਦਿੱਤਾ ਗਿਆ। ਉਹਦੇ 'ਚ ਹੁੰਦਾ ਸੀ ਕਿ ਬੁਲੇਟ ਪ੍ਰੂਫ ਹੈ, ਸਿਕਿਉਰਿਟੀ ਐਂਡ ਆਲ ਦੋਸ ਕਾਈਂਡ ਆਫ ਥਿੰਗਸ, ਲੇਕਿਨ ਉਹਨਾਂ ਨੇ ਮਨਾ ਕਰਤਾ। ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਆਲਟਰਨੇਟਿਵ ਫਲਾਈਟ ਦੀ ਆਫਰ ਕੀਤੀ, ਉਹ ਵੀ ਉਹਨਾਂ ਨੇ ਮਨਾ ਕਰਤੀ। ਲੇਕਿਨ ਉਹ ਉਸ ਹੋਟਲ 'ਚ ਬੈਠੇ ਰਹੇ 2 ਦਿਨ 2.5 ਦਿਨ ਵਟਐਵਰ। ਤੋ ਇਹ ਕਿਤੇ ਨਾ ਲੱਗਦਾ, ਮੈਨੂੰ ਲੱਗਦਾ ਕਿ ਇਹ ਜਿਹੜੀ ਕੋਲਡ ਵਾਰ ਹੈਗੀ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਚੱਲ ਰਹੀ ਹੈ। ਇਹ ਇੱਕ ਬਬਲ ਸੀਗਾ ਜਿਹੜਾ ਟਰੂਡੋ ਨੇ ਆਫਟਰ ਹਿਸ ਸ਼ੁਡ ਆਈ ਕਾਲ ਇਟ ਫਰਸਟ੍ਰੇਸ਼ਨ, ਉਹਨੇ ਪਾਰਲੀਮੈਂਟ 'ਚ ਬਸਟ ਕੀਤਾ। ਹੁਣ ਟਰੂਡੋ ਲਈ ਇੱਕ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਜੋ ਉਹਨੇ ਕਿਹਾ ਹੈ ਪਾਰਲੀਮੈਂਟ ਦੇ ਵਿੱਚ ਉਹਨੂੰ ਪ੍ਰੂਵ ਕਰਨਾ। ਜੇ ਉਹ ਪ੍ਰੂਵ ਨਹੀਂ ਕਰ ਸਕੇਗਾ ਤੇ ਉਹ ਇੰਟਰਨੈਸ਼ਨਲੀ ਆਈਸੋਲੇਟ ਹੀ ਨਹੀਂ ਹੋਏਗਾ, ਇੰਟਰਨੈਸ਼ਨਲੀ ਹਿਊਮਿਲੇਟ ਹੋਏਗਾ। ਜੇ ਉਹ ਪ੍ਰੂਵ ਕਰ ਦਿੰਦਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਇੰਟਰਨੈਸ਼ਨਲ ਨੈਰੇਟਿਵ ਸ਼ੁਰੂ ਹੋਏਗਾ। ਸਰ ਇਹਦੇ ਵਿੱਚ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਆਈਸੋਲੇਟ ਹੋਊਗਾ, ਇਸ ਵੇਲੇ ਜਦੋਂ ਇਹ ਸਟੇਟਮੈਂਟ ਆਈ ਇਹ ਵੀ ਜ਼ਿਕਰ ਚੱਲ ਰਿਹਾ ਕਿ ਇੱਕ ਚੈਟ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਭਾਰਤੀ ਸਫੀਅਰ ਸੀਗੇ ਸ਼ਾਇਦ ਇਹ ਹਲੇ ਲਗਾਤਾਰ ਪੜਤਾਲ ਦਾ ਵਿਸ਼ਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਉਧਰੋਂ ਆ ਰਹੀਆਂ ਨੇ ਹਲੇ। ਕਹਿੰਦੇ ਕਿ ਉਹਨਾਂ ਦੇ ਕੋਲ ਪੱਕੇ ਸਬੂਤ ਨੇ, ਚੈਟ ਲੀਕ ਹੋਈ ਹੈ, ਚੈਟ ਦਾ ਜ਼ਿਕਰ ਆ ਰਿਹਾ ਬਾਰ-ਬਾਰ ਕਿ ਭਾਰਤੀ ਕੌਂਸਲ ਖਾਸ ਕਰਕੇ ਉਹਨਾਂ ਦੇ ਜਿਹੜੇ ਭਾਰਤ ਦੇ ਸਫੀਅਰ ਸੀਗੇ ਉੱਥੇ ਇਸ ਵੇਲੇ ਕੰਮ ਕਰ ਰਹੇ ਸੀਗੇ, ਉਹਨਾਂ ਦੀ ਕੋਈ ਚੈਟ ਹੈਗੀ ਆ, ਉਹਦਾ ਜ਼ਿਕਰ ਆ ਰਿਹਾ ਬਾਰ-ਬਾਰ। ਨਾਲ ਦੀ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਈਸੋਲੇਟ ਹੋਣਾ, ਇਹਦੇ ਵਿੱਚ ਵੀ ਇੱਕ ਵੱਡਾ ਸਵਾਲ ਇਹ ਉੱਠ ਰਿਹਾ ਕਿ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਨੇ ਉਹਨਾਂ ਨੇ ਤਾਂ ਸਾਫ਼ ਸਟੇਟਮੈਂਟ ਦਿੱਤੀ ਵੀ ਅਸੀਂ ਹਰ ਹਾਲਤ ਦੇ ਵਿੱਚ ਕੈਨੇਡਾ ਦੇ ਨਾਲ ਖੜੇ ਹਾਂ, ਹੋਰ ਵੀ ਜਿਹੜੇ ਮੁਲਕ ਨੇ ਉਹ ਕੈਨੇਡਾ ਦਾ ਸਪੋਰਟ ਕਰ ਰਹੇ ਨੇ। ਆਈਸੋਲੇਟ ਕਿਸ ਤਰੀਕੇ ਨਾਲ ਹੋਊਗਾ ਫਿਰ ਤੁਹਾਡੇ ਹਿਸਾਬ ਨਾਲ? ਆਈਸੋਲੇਟ ਉਦੋਂ ਹੋਊਗਾ ਜਦੋਂ ਐਵੀਡੈਂਸ ਨਹੀਂ ਆਊਗਾ। ਪਰ ਐਵੀਡੈਂਸ ਦਾ ਇੱਕ ਜ਼ਿਕਰ ਚੱਲ ਰਿਹਾ। ਨਹੀਂ, ਜ਼ਿਕਰ ਨਾਲ ਕੰਮ ਨਹੀਂ ਚੱਲਦਾ ਨਾ। ਮੈਂ ਤੁਹਾਨੂੰ ਬੇਨਤੀ ਕੀਤੀ ਹੈ ਪਹਿਲਾਂ, ਜੀ ਕ੍ਰਾਈਮ ਹੈਜ਼ ਟੂ ਬੀ ਸੌਰਟਡ ਆਊਟ ਔਨ ਦ ਗਰਾਊਂਡ। ऑडियो क्लिप नाल क्यों होगा? ऑडियो क्लिप च हो सकता उन्हें क्या हो भी अच्छा उसका मर्डर हो गया तो अच्छा हो गया, क्या होगा उसमें? मैं गैस कर रहा, वाइल्ड गैस कर रहा। ਤੁਹਾਡੀ ਪੁਲਿਸ ਕੀ ਕਰ ਰਹੀ ਹੈ? 3 ਮਹੀਨੇ ਹੋ ਗਏ ਨੇ, ਤੁਸੀਂ ਅਜੇ ਤੱਕ ਕ੍ਰਿਮੀਨਲ ਆਇਡੈਂਟੀਫਾਈ ਨਹੀਂ ਕੀਤੇ, ਤੁਸੀਂ ਕ੍ਰਾਈਮ ਨੂੰ ਸੋਲਵ ਨਹੀਂ ਕੀਤਾ। ਪਰਸੋਂ ਇੱਕ ਹੋਰ ਮੁੰਡਾ ਮਰ ਗਿਆ ਗੈਂਗਸਟਰ ਦੇ, ਜਿਹਦੇ ਬਾਅਦ ਚ ਲਾਰੈਂਸ ਬਿਸ਼ਨੋਈ ਵੀ ਕਲੇਮ ਕਰਦਾ ਸੀ ਉਹ ਵੀ ਮਰਦਾ ਸੀ। ਇਹ ਮਰਡਰ ਸੋਲਵ ਹੀ ਨਹੀਂ ਹੋ ਰਹੇ ਉਹਨਾਂ ਤੋਂ। 5 ਜਾਂ 6 ਮਹੀਨੇ ਪਹਿਲਾਂ ਇੱਕ ਪੰਜਾਬੀ ਸੀਗੇ ਸਾਡੇ, ਉਹਨਾਂ ਦਾ ਮਾਲ ਦੇ ਅੰਦਰ ਮਰਡਰ ਹੋ ਜਾਂਦਾ ਹੈ। ਹਾਲਾਂਕਿ ਉਹਨਾਂ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕਿਸੇ ਨਾਲ ਕੋਈ ਲੈਣਾ ਦੇਣਾ ਸੀ, ਪਤਾ ਨਹੀਂ ਕਿਸ ਕਾਰਨ ਕਰਕੇ ਮਰਡਰ ਹੋਇਆ। ਅੱਜ ਤੱਕ ਉਹ ਪਰਿਵਾਰ ਵਿਚਾਰਾ ਤਰਸਦਾ ਪਿਆ ਕਿ ਉਹ ਮਰਡਰ ਨੂੰ ਸੋਲਵ ਕਿਉਂ ਨਹੀਂ ਕਰ ਰਿਹਾ। ਮੈਨੂੰ ਤਾਂ ਲੱਗਦਾ ਕ੍ਰਿਮੀਨਲ ਪ੍ਰੋਸੀਜਰ, ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਹੈ ਕੈਨੇਡਾ ਦੀ, ਉਹ ਇਸ ਵੇਲੇ ਧਰਾਸ਼ਾਹੀ ਹੋਈ ਪਈ ਹੈ। ਉਹਦੇ ਕੋਲ ਹੈ ਹੀ ਨਹੀਂ ਕੁਝ ਕਰਨ ਨੂੰ। ਉਹ ਇੰਨੀ ਵੀਕ ਹੈ ਕਿ ਬੰਦਾ ਜੋ ਮਰਜ਼ੀ ਕਰੇ। ਇਟ ਇਜ਼ ਅ ਲਾਲੈਸ ਕੰਟਰੀ ਇਨ ਦੈਟ ਸੈਂਸ ਆਈ ਵੁੱਡ ਸੇ ਕਿ ਮਰਡਰ ਹੁੰਦਾ ਹੈ। ਮਰਡਰ ਤੁਸੀਂ ਪਛਾਣਦੇ ਕਿਉਂ ਨਹੀਂ? ਹੁਣ ਜੇ ਕੱਲ ਮਰਡਰ ਹੋਇਆ ਪਰਸੋਂ ਗੈਂਗਸਟਰ ਦਾ, ਉਹਦਾ ਹਜੇ ਤੱਕ ਮਰਡਰ ਕਿਉਂ ਨਹੀਂ ਫੜਿਆ ਜਾ ਰਿਹਾ ਤੁਹਾਡੇ ਤੋਂ? ਤੇ ਐਦਾਂ ਹੀ ਨਿੱਜਰ ਦਾ ਕੇਸ ਹੈਗਾ। ਹੁਣ ਨਿੱਜਰ ਦੇ ਕੇਸ 'ਚ ਤੇ ਤੁਸੀਂ ਡਿਪਲੋਮੈਟਿਕ ਸਟੇਟਮੈਂਟ ਕਰਤੀ ਯੂਜ਼, ਗੈਂਗਸਟਰ ਦੇ ਕੇਸ 'ਚ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਉਹਨੇ ਖਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ। ਇਹ ਖਾਲਿਸਤਾਨ ਦੇ ਨਾਂ ਤੇ ਫੇਕ ਡਾਕੂਮੈਂਟਸ ਤੇ ਗਿਆ ਸੀ, ਇਹਨੇ ਜਾ ਕੇ ਦੂਜਾ ਵਿਆਹ ਕਰਾਇਆ, ਦੂਜਾ ਵੱਡਾ ਵਿਆਹ ਕਰਾਇਆ, ਉਹ ਡਾਕੂਮੈਂਟਸ ਵੀ ਨਹੀਂ ਚੱਲੇ। ਇੰਡੀਆ ਨੇ ਇੰਟਰਪੋਲ ਦੇ ਥਰੂ ਇਹਨੂੰ ਨੋਟਿਸ ਭੇਜੇ ਕਈ ਵਾਰੀ, ਕੈਨੇਡਾ ਨੇ ਕੋਈ ਐਕਸ਼ਨ ਨਹੀਂ ਲਿਆ।
ਇੰਡੀਆ ਨੇ ਐਵੀਡੈਂਸ ਦੇ ਕੇ ਭੇਜੇ ਵੀ ਇਹਦਾ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਨੇ ਉਹਨਾਂ ਨਾਲ ਵੀ ਲਿੰਕ ਹੈਗਾ ਤੇ ਇਹਨੇ ਕੋਈ ਅਟੈਂਪਟ ਵੀ ਕੀਤੀ ਹੈ ਉੱਥੇ ਆਪਣਾ ਰਾਮ ਰਹੀਮ ਵਾਲੇ ਡੇਰੇ ਤੇ ਅਟੈਕ ਕਰਨ ਦੀ। ਖੈਰ ਇਹ ਸਾਰੀਆਂ ਗੱਲਾਂ ਕਿੰਤੂ ਪ੍ਰੰਤੂ ਵਾਲੀਆਂ ਨੇ, ਠੀਕ ਹੈ ਨਾ, ਲੇਕਿਨ ਮੈਂ ਜੋ ਰਿਪੋਰਟਸ 'ਚ ਪੜ੍ਹਿਆ ਮੈਂ ਉਹ ਦੇਖ ਕੇ ਤੁਹਾਡੇ ਨਾਲ ਬੇਨਤੀ ਕਰ ਰਿਹਾ। ਬਿਲਕੁਲ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਕਿ ਜੋ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਆਪਾਂ ਉਹਨੂੰ ਲੈ ਕੇ ਜ਼ਿਕਰ ਕਰ ਰਹੇ ਹਾਂ, ਪਰ ਕੁਝ ਇਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਇੰਟਰਨੈਸ਼ਨਲ ਲੈਵਲ 'ਤੇ ਦੇਖਣੀਆਂ ਪੈਂਦੀਆਂ ਨੇ। ਭਾਰਤ ਤੋਂ ਕੁਝ ਸਬੂਤ ਹੋਣਗੇ ਉਹਨਾਂ ਨੇ ਮੁਲਕ ਦੇ ਨਾਲ ਸਾਂਝੇ ਕਰਨੇ ਨੇ, ਜਾਂ ਕੈਨੇਡਾ ਦੀ ਸਰਕਾਰ ਤੋਂ ਕੋਈ ਸਬੂਤ ਹੋਣਗੇ ਤਾਂ ਉਹ ਮੈਨੂੰ ਲੱਗਦਾ ਕਿ ਦੋ ਮੁਲਕਾਂ ਦੇ ਵਿਚਾਲੇ ਸ਼ਾਇਦ ਉੱਦਾਂ ਦੇ ਡਾਕੂਮੈਂਟਸ ਸ਼ੇਅਰ ਕਰਨ, ਆਮ ਪਬਲਿਕ ਦੇ ਵਿੱਚ ਸ਼ਾਇਦ ਚੀਜ਼ਾਂ ਨਾ ਆਉਣ। ਪਰ ਲੱਗਦਾ ਕਿ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ ਵੀਜ਼ਾ ਪ੍ਰਣਾਲੀ ਬੰਦ ਹੋ ਜਾਣੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡਾ ਹਾਰਸ਼ ਸਟੈਪ ਹੈਗਾ। ਇਹ ਐਦਾਂ ਹੁੰਦਾ ਜਦੋਂ ਦੋ ਕੰਟਰੀਜ਼ ਦੇ ਗੈਟ ਇਨਟੂ ਵਾਰ। ਹੁਣ ਰਸ਼ੀਆ ਤੇ ਯੂਕਰੇਨ ਵਾਰ ਤੇ ਨੇ, ਆਮ ਆਦਮੀ ਸਫਰ ਕਰ ਰਿਹਾ। ਯੂਕਰੇਨ 'ਚ ਸਾਡੇ ਜਿਹੜੇ ਬੱਚੇ ਬੈਠੇ ਸੀ ਉਹਨਾਂ ਨੂੰ ਨਿਕਲਣਾ ਪਿਆ ਉੱਥੋਂ। ਤਾਂ ਆਮ ਆਦਮੀ ਸਫਰ ਕਰਦਾ ਹੀ ਕਰਦਾ ਹੈ ਜਦੋਂ ਲੀਡਰਸ਼ਿਪ ਦੇ ਵਿੱਚ ਕਲੈਸ਼ ਹੋ ਜਾਵੇ। ਹੁਣ ਲੀਡਰਸ਼ਿਪ ਦੇ ਵਿੱਚ ਜਦੋਂ ਕਲੈਸ਼ ਹੋ ਗਿਆ ਮੋਦੀ ਵਰਸਸ ਟਰੂਡੋ, ਉਹਦੇ 'ਚ ਹੁਣ ਸਾਡੇ ਬੱਚੇ ਜਿਹੜੇ ਨੇ, ਜਿਹੜੇ ਬੜੇ ਚਾਅ ਨਾਲ ਉੱਥੇ ਜਾਂਦੇ ਨੇ, ਬੜਾ ਕੈਰੀਅਰ ਬਣਾਉਂਦੇ ਨੇ, ਜਿਹੜੇ ਕੈਨੇਡਾ ਦੀ ਇਕਨੋਮੀ ਨੂੰ ਕੰਟਰੀਬਿਊਟ ਕਰਦੇ ਨੇ। ਮੇਰੇ ਤੁਹਾਡੇ ਵਰਗੇ ਮਾਂ-ਬਾਪ ਜਿਹੜੇ ਨੇ ਆਪਣੇ ਬੱਚਿਆਂ ਨੂੰ ਭੇਜਦੇ ਆ, ਅਸੀਂ 25 40 ਲੱਖ ਲਾ ਕੇ ਭੇਜਦੇ ਆ। ਇਟ ਆਲ ਗੋਜ਼ ਟੂ ਅਮਰੀਕਨ ਕਾਫਰ, ਤੇ ਉਹ ਨੈਚੁਰਲੀ ਇਫੈਕਟ ਹੋਏਗਾ। ਬਟ ਹੁਣ ਗੱਲ ਇਹ ਹੈ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਮੈਨੂੰ ਲੱਗਦਾ ਟਰੂਡੋ ਦੇ ਕੰਧਿਆਂ ਤੇ ਹੈਗੀ ਹੈ। ਟਰੂਡੋ ਨੂੰ ਜਲਦੀ ਤੋਂ ਜਲਦੀ ਪ੍ਰੂਵ ਕਰਨਾ ਚਾਹੀਦਾ ਹੈ ਜੋ ਉਹਨੇ ਸ਼ਬਦ ਯੂਜ਼ ਕੀਤੇ ਨੇ, ਜੋ ਉਹਨੇ ਸਟੇਟਮੈਂਟ ਦਿੱਤੀ ਹੈ, ਉਹ ਕਿੰਨੀ ਕੁ ਆਥੈਂਟਿਕ ਹੈ, ਕਿੰਨੀ ਉਹ ਮਤਲਬ ਉਹਦੇ ਸੱਤ ਹੈਗਾ। ਜਿਸ ਦਿਨ ਉਹ ਪ੍ਰੂਵ ਕਰ ਦੇਗਾ ਉਸ ਦਿਨ ਸਾਰੇ ਦੋਨੋਂ ਰਿਲੇਸ਼ਨਸ ਦੇ ਵਿੱਚ ਇੱਕ ਨਵਾਂ ਨੈਰੇਟਿਵ ਬਿਲਡ ਹੋ ਜਾਏਗਾ। ਉਹ ਤੋਂ ਬਾਅਦ ਇਹ ਵੀ ਹੋਏਗਾ ਕਿ ਜਿਹੜੇ ਬਾਕੀ ਕੰਟਰੀਜ਼ ਨੇ, ਹੁਣ ਜਿਸ ਤਰ੍ਹਾਂ ਮੈਂ ਅੱਜ ਇੱਕ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਇੱਕ ਸਿੱਖ ਜਥੇਬੰਦੀ ਨੇ ਡਿਮਾਂਡ ਕੀਤੀ ਹੈ ਕਿ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਮਰਡਰਸ ਹੋਏ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਠੀਕ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਇਨਵੈਸਟੀਗੇਸ਼ਨ ਤੇ ਗੈਂਗਸਟਰ ਜਿਹੜਾ ਮਰਿਆ ਇਹਦੀ ਵੀ ਹੋਣੀ ਚਾਹੀਦੀ ਹੈ। ਇੱਕ ਮਰਡਰ ਜਿਹੜਾ ਮੈਂ ਤੁਹਾਨੂੰ ਜ਼ਿਕਰ ਕੀਤਾ ਜਿਹੜਾ 7-8 ਮਹੀਨੇ ਪਹਿਲਾਂ ਹੋਇਆ ਸੀਗਾ ਇੱਕ ਬਿਜ਼ਨਸਮੈਨ ਦਾ, ਉਹਦਾ ਵੀ ਹੋਣਾ ਚਾਹੀਦਾ। ਵਾਈ ਇਜ਼ ਕੈਨੇਡਾ ਫੇਲਿੰਗ ਟੂ ਡਿਲੀਵਰ ਐਜ਼ ਅ ਵੈਰੀ ਪ੍ਰੋਫੈਸ਼ਨਲ ਪੁਲਿਸ ਏਜੰਸੀ? ਵਾਈ ਇਜ਼ ਇਟ ਡਿਪੈਂਡਿੰਗ ਔਨ ਹੀਅਰਸੇ? ਤੁਹਾਡੇ ਕੋਲ ਆਡੀਓ ਕਲਿੱਪ ਹੈਗਾ, ਜਿਸ ਤਰ੍ਹਾਂ ਤੁਸੀਂ ਵੀ ਬੇਨਤੀ ਕੀਤੀ ਹੈ, ਆਡੀਓ ਕਲਿੱਪ ਹੈਗਾ ਤਾਂ ਉਹਨੂੰ ਅਮਰੀਕਾ ਨਾਲ ਸ਼ੇਅਰ ਕਰੋ, ਉਹਨੂੰ ਨਿਊਜ਼ੀਲੈਂਡ ਨਾਲ ਸ਼ੇਅਰ ਕਰੋ, ਉਹਨੂੰ ਆਸਟ੍ਰੇਲੀਆ ਨਾਲ ਸ਼ੇਅਰ ਕਰੋ, ਉਹਨੂੰ ਇੰਗਲੈਂਡ ਨਾਲ ਸ਼ੇਅਰ ਕਰੋ, ਜਿਹੜਾ ਤੁਹਾਡਾ 5-6 ਕੰਟਰੀਜ਼ ਦਾ ਇੱਕ ਗਰੁੱਪ ਬਣਿਆ ਹੋਇਆ। ਸ਼ੇਅਰ ਕਰੋ, ਕੱਢਦੇ ਕਿਉਂ ਨਹੀਂ ਬਾਹਰ? ਕੀ ਕੀਤਾ ਇਹਨਾਂ ਨੇ? ਜਿਹੜਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਥਰੂ ਖਬਰ ਲਾਈ ਹੈ, ਜਿਹਦੇ ਬੇਸ ਤੇ ਤੁਸੀਂ ਵੀ ਮੈਨੂੰ ਬੇਨਤੀ ਕੀਤੀ ਹੈ, ਉਹਦੇ 'ਚ ਗੱਲ ਤੇ ਨਹੀਂ ਕੀਤੀ ਨਾ ਵੀ ਇਹ ਆਡੀਓ ਕਲਿੱਪ ਹੈ, ਇਹਦੇ 'ਚ ਇਹ ਬੋਲ ਰਿਹਾ, ਇਹਦੇ 'ਚ ਉਹ ਬੋਲ ਰਿਹਾ। ਸਾਡੇ ਕੋਲ ਇੱਕ ਆਡੀਓ ਕਲਿੱਪ ਹੈਗੀ ਹੈ। ਅਰੇ ਬਾਬਾ, ਆਡੀਓ ਕਲਿੱਪ ਹੈਗੀ ਹੈ ਤੇ ਮੇਕ ਇਟ ਪਬਲਿਕ। ਜਿਸ ਤਰ੍ਹਾਂ ਤੁਸੀਂ ਪਬਲਿਕ ਚਲੇ ਗਏ ਇਸ ਮਰਡਰ ਦੇ ਕੇਸ 'ਚ, ਵਿਚ ਇਜ਼ ਨਾਟ ਅ ਡਿਪਲੋਮੈਟਿਕ ਥਿੰਗ ਟੂ ਡੂ ਫॉर ਅ ਪ੍ਰਾਈਮ ਮਿਨਿਸਟਰ। ਵੈਸੇ ਸਰ ਜਿਸ ਤਰੀਕੇ ਦੇ ਹਾਲਾਤ ਨੇ, ਤੁਸੀਂ ਕੀ ਸਮਝ ਕੀ ਰਹੇ ਹੋ ਇਸ ਵੇਲੇ? ਜਿਵੇਂ ਇੱਕ ਤਾਂ ਜ਼ਿਕਰ ਕਰ ਰਹੇ ਹੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜਲਦੀ ਤੋਂ ਜਲਦੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਜੇ ਸਬੂਤ ਹੈਗੇ ਨੇ ਤਾਂ ਜਨਤਕ ਕਰਨ ਤਾਂ ਜੋ ਕਲੀਅਰ ਹੋਵੇ। ਪਰ ਜੇ ਆਪਾਂ ਇਹ ਥੋੜਾ ਜਿਹਾ ਹਾਈਪੋਥੈਟੀਕਲ ਸਵਾਲ ਆ ਹੁਣ ਮੇਰਾ, ਕਿਉਂਕਿ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੋਈ ਹੈ, ਜੇ ਉਹ ਚੀਜ਼ਾਂ ਪ੍ਰੂਵ ਕਰ ਦਿੰਦੇ ਨੇ ਫਿਰ ਕੀ ਸਥਿਤੀ ਬਣੂਗੀ? ਨਵਾਂ ਨੈਰੇਟਿਵ ਬਣੇਗਾ। ਜੇ ਉਹ ਕਰ ਦਿੰਦੇ ਨੇ ਤਾਂ ਹਜੇ ਤੱਕ ਕਿਉਂ ਨਹੀਂ ਕਰ ਰਹੇ? ਮੇਰਾ ਵੀ ਸਵਾਲ ਹੈ ਤੁਹਾਨੂੰ, ਹਾਈਪੋਥੈਟੀਕਲ ਨਹੀਂ ਹੈ ਮੇਰਾ, ਤੇ ਜ਼ਮੀਨ ਨਾਲ ਜੁੜਿਆ ਸਵਾਲ ਹੈ ਵੀ ਜੇ ਉਹਨਾਂ ਕੋਲ ਐਵੀਡੈਂਸ ਹੈਗਾ ਤਾਂ ਕਰਦੇ ਕਿਉਂ ਨਹੀਂ ਪਏ? ਉਹ ਆਪਣੀ ਪੁਲਿਸ ਦੀ ਪਰਫਾਰਮੈਂਸ ਨੂੰ ਕਿਉਂ ਲੁਕਾ ਰਹੇ ਨੇ ਕਿ ਮੇਰੀ ਪੁਲਿਸ ਇਨਕੰਪੀਟੈਂਟ ਹੈਗੀ ਹੈ? ਉਹ ਆਪਣੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਦੀਆਂ, ਉਹਨਾਂ ਦਾ ਆਪਣਾ ਇੰਟੈਲੀਜੈਂਸ ਦਾ ਨੈਟਵਰਕ ਹੈ, ਉਹਨਾਂ ਦਾ ਸਾਰਾ ਨੈਟਵਰਕ ਹੈਗਾ। ਉਹਨਾਂ ਹੁਣ ਜਿਸ ਤਰ੍ਹਾਂ ਤੁਸੀਂ ਨਿਵੇਦਨ ਕੀਤਾ, ਜਿਸ ਤਰ੍ਹਾਂ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਵੀ ਲੀਕ ਕੀਤੀ ਹੈ, ਲੀਕ, ਅੱਜ ਸਾਰਿਆਂ ਨੇ ਉਹਨੂੰ ਲੀਕ ਵਰਡ ਯੂਜ਼ ਕੀਤਾ ਹੈ, ਵੀ ਤੁਸੀਂ ਪਬਲਿਕ ਕਰੋ, ਗੱਲ ਖਤਮ ਕਰੋ, ਇੱਕ ਨਵੀਂ ਗੱਲ ਸ਼ੁਰੂ ਕਰੀਏ, ਇੱਕ ਨਵਾਂ ਚੈਪਟਰ ਸ਼ੁਰੂ ਹੋਵੇ। ਵਾਈ ਇਜ਼ ਹੀ ਸ਼ਾਈਂਗ ਅਵੇ? ਉਹ ਡਰਦਾ ਕਿਉਂ ਹੈ? ਉਹ ਡਿਲੇ ਕਿਉਂ ਕਰ ਰਿਹਾ? ਮੇਰਾ ਤੇ ਸਵਾਲ ਇੰਨਾ ਕੀ ਹੈ ਸਰ। ਹੁਣ ਜੇ ਮੈਂ ਆਪਾਂ ਪੰਜਾਬ ਵੱਲ ਨਾ ਆਈਏ ਥੋੜਾ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ, ਖਾਸ ਕਰਕੇ ਕੈਨੇਡਾ ਹੋ ਗਿਆ ਜਾਂ ਅਮਰੀਕਾ ਹੋ ਗਿਆ ਜਾਂ ਆਸਟ੍ਰੇਲੀਆ ਹੋ ਗਿਆ, ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਇੱਧਰਲੇ ਪਾਸੇ ਨੂੰ ਜਾ ਰਹੇ ਨੇ। ਤੁਸੀਂ ਕਿਉਂਕਿ ਲੰਮਾ ਸਮਾਂ ਹੋ ਗਿਆ ਇਸ ਖਿੱਤੇ ਨਾਲ ਜੁੜੇ ਹੋਏ ਹੋ,
ਪੱਤਰਕਾਰੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ। ਇਹ ਵਿਦਿਆਰਥੀ ਵਰਗ ਦਾ ਤਾਂ ਕੋਈ ਕਸੂਰ ਨਹੀਂ ਹੈਗਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਆਮ ਲੋਕਾਂ ਨੂੰ ਸਫ਼ਰ ਕਰਨਾ ਪੈਂਦਾ। ਮੈਂ ਸਿਰਫ ਹੱਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਹੁਣ ਕੀ ਕਰ ਲੈਣਾ ਚਾਹੀਦਾ। ਸਬਰ ਕਰਨ, ਚੁੱਪ ਕਰਕੇ ਬੈਠ ਜਾਣ, ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਕਿਉਂਕਿ ਲੰਬੇ ਸਮੇਂ ਦੀ ਇੰਤਜ਼ਾਰ ਹੁੰਦਾ, ਉਸ ਤੋਂ ਬਾਅਦ ਉਹਨਾਂ ਨੇ ਤਿਆਰੀ ਕਰਨੀ ਹੁੰਦੀ ਹੈ। ਪਰ ਇਹ ਜਿਹੜੇ ਹਾਲਾਤ ਬਣੇ ਹੋਏ ਨੇ, ਨਹੀਂ ਇਹ ਠੀਕ ਹੈ, ਇਟ ਇਜ਼ ਅਨਫੋਰਚੂਨੇਟ ਸਿਚੁਏਸ਼ਨ। ਤੇ ਮੈਨੂੰ ਲੱਗਦਾ ਬੱਚਿਆਂ ਨੂੰ, ਬੱਚਿਆਂ ਦੇ ਮਾਤਾ ਪਿਤਾ ਨੂੰ, ਵਪਾਰੀਆਂ ਨੂੰ ਜਿਨ੍ਹਾਂ ਦੇ ਕਈ ਬਿਜ਼ਨਸ ਸਟੇਕਸ ਨੇ, ਉਹਨਾਂ ਸਾਰਿਆਂ ਨੂੰ ਦੇ ਵਿਲ ਹੈਵ ਟੂ ਵੇਟ ਐਂਡ ਵਾਚ। ਕਿਉਂਕਿ ਜਿਹਨੂੰ ਕਹਿੰਦੇ ਨੇ ਪੇਚਾ, ਪੰਜਾਬੀ 'ਚ ਕਹਿੰਦੇ ਨੇ ਪੇਚਾ, ਬੜਾ ਡੂੰਘਾ ਪਾਤ ਹੈ। ਹਾਂ, ਇਹ ਹੁਣ ਪੇਚਾ ਸੋਲਵ ਉਦੋਂ ਹੀ ਹੋਊਗਾ ਜਦੋਂ ਟਰੂਡੋ ਐਵੀਡੈਂਸ ਦੇਗਾ। ਜੇ ਟਰੂਡੋ ਐਵੀਡੈਂਸ ਨਹੀਂ ਦਿੰਦਾ ਫਿਰ ਅਲੱਗ ਸਥਿਤੀ ਬਣੇਗੀ। ਜੇ ਟਰੂਡੋ ਐਵੀਡੈਂਸ ਦੇ ਦਿੰਦਾ ਫਿਰ ਅਲੱਗ ਸਥਿਤੀ ਬਣੇਗੀ। ਪਰ ਵੈਸੇ ਇਹ ਲੱਗਦਾ ਹੈ ਭਾਰਤ ਉਹਨਾਂ ਹਾਲਾਤਾਂ 'ਚ ਇਸ ਵੇਲੇ ਹੈ ਕਿ ਅਸੀਂ ਕੈਨੇਡਾ ਵਰਗੇ ਮੁਲਕ ਨਾਲ, ਜਾਂ ਕੈਨੇਡਾ ਉਹਨਾਂ ਹਾਲਾਤਾਂ 'ਚ ਹੈ ਕਿ ਅਸੀਂ ਉਹ ਭਾਰਤ ਵਰਗੇ ਮੁਲਕ ਨਾਲ, ਕਿਉਂਕਿ ਸਭ ਤੋਂ ਵੱਡੀ ਮੰਡੀ ਮੰਨਿਆ ਜਾਂਦਾ ਭਾਰਤ ਦੀ ਆਬਾਦੀ ਨੂੰ ਦੇਖ ਕੇ, ਤਾਂ ਬਹੁਤ ਸਾਰੇ ਲੋਕਾਂ ਦੀ ਸਟੇਕ ਜਿਹੜੀ ਇੱਧਰਲੇ ਪਾਸੇ ਹੁੰਦੀ ਹੈ। ਇਹ ਦੋਹੀ ਮੁਲਕ ਆਪਸ ਦੇ ਵਿੱਚ ਇਸ ਟਸਲ ਦੇ ਪੈਣ ਦੇ ਇਸ ਵੇਲੇ ਯੋਗ ਆਪਾਂ ਕਹਿ ਸਕਦੇ ਹਾਂ, ਸ਼ਬਦ ਮੈਨੂੰ ਲੱਗਦਾ ਕਿ ਯੋਗ ਵਰਤ ਲਈਏ, ਜਾਂ ਕਹਿ ਲਈਏ ਕਿ ਉਹਨਾਂ ਹਾਲਾਤਾਂ 'ਚ ਹੈਗੇ ਨੇ ਕਿ ਇੱਦਾਂ ਦੀ ਸਥਿਤੀ 'ਚ ਦੋਹੀ ਦੇਸ਼ ਪੈਣੇ। ਦੇਖੋ, ਇਹ ਲੀਡਰਸ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ। ਲੀਡਰਸ ਹੀ ਕੌਮ ਦਾ ਭਾਗ ਜਿਹੜਾ ਹੈਗਾ ਉਹ ਡਿਸਾਈਡ ਕਰਦੇ ਨੇ। ਕੌਮ ਜਿਹੜੀ ਹੈਗੀ ਉਹ ਲੀਡਰ ਦੇ ਡਿਸੀਜਨਸ ਦੇ ਨਾਲ ਹੀ ਭੁਗਤਦੀ ਹੈ। ਠੀਕ ਹੈ, ਪੁਟਿਨ ਨੇ ਫੈਸਲਾ ਕੀਤਾ ਯੂਕਰੇਨ ਤੇ ਅਟੈਕ ਕਰਨ ਦਾ, ਰਸ਼ੀਆ ਸਫਰ ਕਰ ਰਿਹਾ ਕਿ ਨਹੀਂ ਕਰ ਰਿਹਾ, ਇਹ ਇੱਕ ਅਲੱਗ ਗੱਲ ਹੈ। ਯੂਕਰੇਨ ਵਾਲੇ ਨੇ ਪੁਟਿਨ ਦੀ ਗੱਲ ਨਹੀਂ ਮੰਨੀ, ਉਹਦਾ ਲੀਡਰਸ਼ਿਪ ਦਾ ਅਲੱਗ ਹੈਗਾ। ਠੀਕ ਹੈ ਨਾ, ਕੰਟਰੀ ਦਾ ਜਿਹੜਾ ਲੀਡਰ ਹੁੰਦਾ ਉਹ ਫੈਸਲਾ ਲੈਂਦਾ ਆਪਣੀ ਬੁੱਧੀ ਦੇ ਅਨੁਸਾਰ, ਆਪਣੇ ਵਿਵੇਕ ਦੇ ਅਨੁਸਾਰ, ਆਪਣੀ ਪੋਲੀਟੀਕਲ ਕੰਪਲਸ਼ਨਸ ਦੇ ਅਨੁਸਾਰ। ਨੇਸ਼ਨ ਤੇ ਸਿਰਫ ਭੁਗਤਣ ਲਈ ਹੁੰਦੀ ਹੈ। ਅਸੀਂ ਸਿਰਫ ਭੁਗਤਣ ਲਈ ਹਾਂ ਕਿਉਂਕਿ ਵੀ ਆਰ ਸਮਾਲ ਪਲੇਅਰਸ ਇਨ ਦਾ ਇੰਟਰਨੈਸ਼ਨਲ ਗੇਮ ਪਲਾਨ। ਸਰ, ਇੱਕ ਤੁਸੀਂ ਜ਼ਿਕਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਇੱਕ ਵਾਰੀ ਜਿਹੜੀ ਪਿਛਲੀ ਮੁਲਾਕਾਤ ਉਹਨਾਂ ਦੀ ਜਸਟਿਨ ਟਰੂਡੋ ਨਾਲ ਹੋਈ ਸੀ, ਵੈਲਕਮ ਨਹੀਂ ਕੀਤਾ ਗਿਆ, ਤਾਂ ਉਹ ਅਲੱਗ ਚੀਜ਼ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਵੀ ਇੱਕ ਸਟੇਟਮੈਂਟ ਆਈ ਹੈ, ਉਹ ਕਹਿੰਦੇ ਕਿ ਟਰੂਡੋ ਨੇ ਸ਼ਾਇਦ ਇਲੈਕਸ਼ਨਾਂ ਦੇ ਚੱਕਰ ਦੇ ਵਿੱਚ ਇਦਾਂ ਦਾ ਸਟੈਪ ਜਿਹੜਾ ਹੈ ਉਹ ਚੱਕ ਲਿਆ ਹੈਗਾ। ਮੰਨਦੇ ਹੋ ਕਿ ਪੋਲੀਟੀਕਲ ਸਟੈਪ ਹੋ ਸਕਦਾ? ਕਿਉਂਕਿ ਅਕਸਰ ਜਦੋਂ ਕੈਨੇਡਾ ਦਾ ਜ਼ਿਕਰ ਆਉਂਦਾ ਤਾਂ ਇਹ ਮੰਨਿਆ ਜਾਂਦਾ ਕਿ ਉੱਥੇ ਦੇ ਜਿਹੜੇ ਲੋਕ ਨੇ ਜਾਂ ਪੋਲੀਟੀਸ਼ੀਅਨ ਨੇ ਖਾਸ ਕਰਕੇ, ਉਹ ਜਿੰਨਾ ਚੱਕਰ ਸਬੂਤ ਨਹੀਂ ਹੁੰਦਾ ਜਾਂ ਕੋਈ ਪੱਕੇ ਅੰਕੜੇ ਨਹੀਂ ਹੁੰਦੇ, ਉਹਨਾਂ ਚੱਕਰ ਕੋਈ ਇਦਾਂ ਦੀ ਗੱਲ ਨਹੀਂ ਕਰਦੇ। ਪਰ ਲੱਗਦਾ ਕਿ ਇਹਦੇ ਪਿੱਛੇ ਕੋਈ ਪੋਲੀਟੀਕਲ ਕਾਰਨ ਹੋ ਸਕਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਵੀ ਹੋਣੀਆਂ ਨੇ ਕੈਨੇਡਾ ਦੇ ਵਿੱਚ। ਦੇਖੋ, ਇਲੈਕਸ਼ਨ ਤੇ ਹੋਣੀ ਹੈ 2025 'ਚ, 2 ਸਾਲ ਪਏ ਨੇ ਇਲੈਕਸ਼ਨ ਨੂੰ। ਦੂਸਰਾ ਫੈਕਟ ਹੈ ਕਿ ਟਰੂਡੋ ਮਾਈਨੋਰਿਟੀ ਗਵਰਨਮੈਂਟ ਚਲਾ ਰਿਹਾ, ਉਹਦੇ 'ਚ ਉਹਨੂੰ 1 ਜਾਂ 2 ਵੋਟਾਂ ਡੈਮੋਕ੍ਰੈਟਿਕ ਪਾਰਟੀ ਆਫ ਖਾਲਿਸਤਾਨ ਇੱਕ ਹੈਗੀ ਹੈ ਉੱਥੇ ਕੈਨੇਡਾ 'ਚ, ਉਹਦੀਆਂ 1 ਜਾਂ 2 ਵੋਟਾਂ ਨੇ, ਮੈਨੂੰ ਐਗਜ਼ੈਕਟ ਨਹੀਂ ਪਤਾ, ਲੇਕਿਨ ਇੱਕ ਤੇ ਪੱਕੀ ਹੈ, ਹੋ ਸਕਦਾ 2 ਵੀ ਹੋਣ। ਤੋ ਪੋਲੀਟੀਕਲੀ ਉਹਨੂੰ ਇੱਦਾਂ ਦੀ ਪਾਰਟੀਆਂ ਦੀ ਲੋੜ ਹੁੰਦੀ ਹੈ। ਤੇ ਜਿਹੜਾ ਵੀ ਉਹ ਕੰਮ ਕਰ ਰਿਹਾ ਹੈ ਉਹ ਇੱਕ ਮਾਈਨੋਰਿਟੀ ਗਵਰਨਮੈਂਟ 'ਚ ਜਿਹੜੀ ਇਨਸਿਕਿਉਰਿਟੀ ਹੁੰਦੀ ਹੈ ਉਹਦੇ ਨਾਲ ਡਰਾਈਵ ਕਰਕੇ ਕਰ ਰਿਹਾ। ਮੈਨੂੰ ਜੋ ਸਮਝ ਆਉਂਦੀ ਹੈ, ਉਹ ਇੱਕ ਸਟੇਟਸਮੈਨ, ਇੰਟਰਨੈਸ਼ਨਲ ਪੋਲੀਟੀਸ਼ੀਅਨ ਦੀ ਤਰ੍ਹਾਂ ਨਹੀਂ ਬਿਹੇਵ ਕਰ ਰਿਹਾ। ਉਹ ਇੱਕ ਇਮੈਚੁਰ, ਇਨਸਿਕਿਉਰ ਪ੍ਰਾਈਮ ਮਿਨਿਸਟਰ ਦੀ ਤਰ੍ਹਾਂ ਬਿਹੇਵ ਕਰ ਰਿਹਾ। ਹਾਲਾਂਕਿ ਉਹਦੀ ਫਰਸਟ ਟਰਮ ਜਿਹੜੀ ਸੀ ਉਹ ਬੜੀ ਅੱਛੀ ਸੀ ਕੈਨੇਡਾ ਲਈ, ਲੇਕਿਨ ਸੈਕਿੰਡ ਟਰਮ 'ਚ ਉਹ ਲੱਛਣ, ਮੈਂ ਤੁਹਾਡੇ ਨਾਲ ਜੋ ਵੀ ਗੱਲਾਂ ਸ਼ੇਅਰ ਕਰ ਰਿਹਾ ਉਹ ਮੈਂ ਅਖਬਾਰਾਂ 'ਚੋਂ ਲਰਨ ਕੀਤੀਆਂ ਨੇ। ਮੇਰੇ ਕੋਲ ਫਰਸਟ ਹੈਂਡ ਇਨਫੋਰਮੇਸ਼ਨ ਨਹੀਂ ਹੈ ਕਿ ਮੈਂ ਟਰੂਡੋ ਨੂੰ ਕਦੇ ਮਿਲਿਆ ਨਹੀਂ, ਤਾਂ ਮੈਂ ਕੋਈ ਉਸ ਬਾਰੇ ਅਥਾਰਟੀ ਨਾਲ ਨਹੀਂ ਗੱਲ ਕਰ ਰਿਹਾ। ਲੇਕਿਨ ਮੇਰੀ ਆਪਣੀ ਅਸੈਸਮੈਂਟ ਇਹ ਹੈ ਕਿ ਟਰੂਡੋ ਇਜ਼ ਨਾਟ ਬਿਹੇਵਿੰਗ ਲਾਈਕ ਅ ਸਟੇਟਸਮੈਨ ਆਫ ਅ ਕੰਟਰੀ। ਟਰੂਡੋ ਇਜ਼ ਨਾਟ ਬਿਹੇਵਿੰਗ ਲਾਈਕ ਅ ਪੋਲੀਟੀਕਲੀ ਮੈਚੁਰ ਪ੍ਰਾਈਮ ਮਿਨਿਸਟਰ। ਹੁਣ ਟਰੂਡੋ ਇੱਦਾਂ ਕਿਉਂ ਬਿਹੇਵ ਕਰ ਰਿਹਾ? ਬਿਕੋਜ਼ ਹੀ ਇਜ਼ ਰਨਿੰਗ ਅ ਮਾਈਨੋਰਿਟੀ ਗਵਰਨਮੈਂਟ। ਉਹਨੂੰ ਲੱਗਦਾ ਵੀ ਜਿੱਥੋਂ ਵੀ ਮੈਨੂੰ ਸਪੋਰਟ ਮਿਲਦੀ ਹੈ ਤੇ ਮੈਂ ਉਹਨੂੰ ਉਹ ਲੈ ਲੈਣਾ। ਹਾਲਾਂਕਿ ਕੈਨੇਡਾ 'ਚ 2% ਸਿੱਖ ਨੇ ਤੇ 2% ਸਿੱਖ ਵੀ ਉਹਦੇ ਲਈ ਇੰਪੋਰਟੈਂਟ ਨੇ। ਇਸ ਕਰਕੇ ਉਹ ਉਹਨਾਂ ਨੂੰ, ਮੈਨੂੰ ਲੱਗਦਾ ਉਹਨਾਂ ਨੂੰ ਡਿਸਪਲੀਜ਼ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਅਨੋਏ ਨਹੀਂ ਕਰਨਾ ਚਾਹੁੰਦਾ। ਉਹਨਾਂ ਨੇ ਇੱਕ ਸਾਫ਼ ਜ਼ਿਕਰ ਕੀਤਾ, ਕਹਿੰਦੇ ਕਿ ਇਹ ਮੈਟਰ ਨਹੀਂ ਕਰਦਾ ਉਹ ਕਿਸ ਖਿੱਤੇ ਦੇ ਨਾਲ ਜੁੜਿਆ ਹੋਇਆ ਇਨਸਾਨ ਸੀ ਜਾਂ ਕਿਸ ਧਰਮ ਨਾਲ ਜੁੜਿਆ ਹੋਇਆ ਇਨਸਾਨ ਸੀ। ਕਹਿੰਦੇ ਉਹ ਕੈਨੇਡੀਅਨ ਸਿਟੀਜ਼ਨ ਸੀਗਾ। ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਵੀ ਡਿਬੇਟੇਬਲ ਹੈ ਨਾ ਕਿ ਉਹ ਸਿਟੀਜ਼ਨ ਸੀ ਕਿ ਨਹੀਂ ਸੀ। ਉਹ ਸਿਟੀਜ਼ਨ ਕਦੋਂ ਬਣਿਆ ਇਹਦੇ ਬਾਰੇ ਵੀ ਹਜੇ ਕਲੈਰਿਟੀ ਨਹੀਂ ਹੋ ਰਹੀ, ਕਿਉਂਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ, ਉਹ ਕਹਿ ਰਹੀਆਂ ਨੇ ਕਿ ਇਹਨੇ 2 ਵਾਰ ਟਰਾਈ ਕੀਤਾ ਸਿਟੀਜ਼ਨ ਬਣਨ ਲਈ। ਇੱਕ ਵਾਰੀ ਜਦੋਂ ਫੇਕ ਡਾਕੂਮੈਂਟ ਸੇ ਗਿਆ ਸੀ ਉਦੋਂ ਰਿਜੈਕਟ ਹੋ ਗਿਆ, ਫਿਰ ਉਹ ਤੋਂ ਬਾਅਦ ਜਦੋਂ ਇਹਨੇ ਉੱਥੇ ਲੋਕਲ ਕਿਸੇ ਔਰਤ ਨਾਲ ਵਿਆਹ ਕਰਾਇਆ। ਨਾਓ ਥੀਸ ਆਰ ਆਲ
ਸਟੇਟਮੈਂਟਸ ਮੈਂ ਆਈ ਹੈਵ ਨੋ ਕੌਨਫੀਡੈਂਸ, ਮੈਂ ਤੇ ਕੋਈ ਕਲੇਮ ਨਹੀਂ ਕਰ ਰਿਹਾ। ਮੈਂ ਇਮੀਡੀਏਟਲੀ ਜੇ ਕੋਈ ਪੁੱਛੇਗਾ ਵੀ ਹਾਂ ਕਿਹਦੇ ਨਾਲ ਵਿਆਹ ਕਰਾਇਆ ਤਾਂ ਆਈ ਵਿਲ ਡਿਨਾਈ ਇਟ ਬਿਕੋਜ਼ ਮੈਨੂੰ ਕੋਈ ਪਤਾ ਨਹੀਂ ਹੈਗਾ। ਪਰ ਮੈਨੂੰ ਅਖਬਾਰਾਂ ਦੀ ਖਬਰਾਂ ਤੋਂ ਇਹ ਲੱਗਿਆ ਵੀ ਇਹਨੇ ਉਦੋਂ ਵੀ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀ, ਉਹ ਵੀ ਰਿਜੈਕਟ ਹੋ ਗਈ ਸੀ। ਹੁਣ ਇਹਨੂੰ ਸਿਟੀਜ਼ਨਸ਼ਿਪ ਕਦੋਂ ਮਿਲੀ ਹੈ ਉਹ ਮੈਨੂੰ ਕੱਲ੍ਹ ਜਾਂ ਪਰਸੋਂ ਕਿਤੇ ਅਸੀਂ ਬੈਠ ਕੇ ਗੱਲ ਕਰ ਰਹੇ ਸੀ, ਉਦੋਂ ਮਿਲੀ ਜਦੋਂ ਇੰਡੀਆ ਨੇ ਰੈੱਡ ਕਾਰਨਰ ਨੋਟਿਸ ਇਹਦੇ ਖਿਲਾਫ ਭੇਜਤਾ। ਸੋ ਇਹ ਸਾਰਾ ਚੱਕਰ ਵੀ ਕੈਨੇਡਾ ਦੇ ਅੰਦਰ ਹੀ ਕਿਉਂ ਜਾ ਕੇ ਇਲੀਗਲ ਇਮੀਗ੍ਰੈਂਟਸ ਬਹਿ ਜਾਂਦੇ ਨੇ। ਕੈਨੇਡਾ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਲੀਗਲ ਇਮੀਗ੍ਰੈਂਟਸ ਨੂੰ ਮੈਂ ਕਿਉਂ ਪਨਾਹ ਦੇ ਰਿਹਾ। ਮੈਨੂੰ ਤੇ ਬੜਾ ਵਿਚਿੱਤਰ ਤੇ ਬੜਾ ਵੱਡਾ ਸਵਾਲ ਲੱਗਦਾ ਹੈ ਕਿ ਕੈਨੇਡਾ 'ਚ ਜੋ ਮਰਜ਼ੀ ਚਲਾ ਜਾਏ, ਜੋ ਕੱਚੇ ਕਾਗਜ਼ ਲੈ ਕੇ ਚਲਾ ਜਾ, ਇਹ ਠੀਕ ਹੈ, ਉਹਨਾਂ ਦਾ ਕਨਸਟੀਟਿਊਸ਼ਨ ਹੈਗਾ ਵੀ ਹਾਂ ਜਿਹੜਾ ਬੰਦਾ ਸਾਡੇ ਘਰ ਆ ਗਿਆ ਅਸੀਂ ਉਹਨੂੰ ਸਿਟੀਜ਼ਨਸ਼ਿਪ ਦੇਣੀ ਹੈ, ਅੱਗੇ ਪਿੱਛੇ ਦੇਣੀ ਹੈ। ਸੋ ਮੈਂ ਕਿਉਂਕਿ ਕੈਨੇਡਾ ਕਿਤੇ ਗਿਆ ਨਹੀਂ ਤਾਂ ਆਈ ਕੈਨਟ ਟਾਕ ਮਚ ਅਬਾਊਟ ਇਟ। ਇਹਦੇ ਨਾਲ ਸਰ ਦੋ ਸਵਾਲ ਹੋਰ ਕਿ 5 ਵਾਰਡ ਹੋ ਗਏ ਜਾਂ ਇੱਕ ਭਾਈ ਖੰਡਾ ਦਾ ਜ਼ਿਕਰ ਆਉਂਦਾ, ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਵੀ ਇੱਦਾਂ ਟਾਰਗੇਟ ਕੀਤਾ ਗਿਆ। ਤਾਂ ਇੱਕ ਸ਼ਬਦ ਵਰਤਿਆ ਜਾ ਰਿਹਾ ਟਾਰਗੇਟ ਕਿਲਿੰਗ, ਵੀ ਜਿਹੜੇ ਲੋਕ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਜਾਂ ਬਾਹਰ ਬੈਠ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ, ਪੰਜਾਬ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਨੇ, ਤਾਂ ਕੁਝ ਲੋਕ ਸਿੱਧੇ ਤੌਰ 'ਤੇ ਰੈਡੀਕਲਸ ਕਹਿੰਦੇ ਨੇ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਖਾਲਿਸਤਾਨੀ ਸਮਰਥਕ ਨੇ। ਇਹ ਵੀ ਟਿੱਪਣੀਆਂ ਆ ਰਹੀਆਂ ਕਿ ਟਰੂਡੋ ਵੀ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਲੀਡ ਕਰ ਰਿਹਾ। ਇੱਦਾਂ ਦੀਆਂ ਟਿੱਪਣੀਆਂ ਵੀ ਜਿਹੜੀਆਂ ਸੋਸ਼ਲ ਮੀਡੀਆ 'ਤੇ ਆਪਾਂ ਦੇਖ ਰਹੇ ਹਾਂ ਅਤੇ ਆਮ ਤੌਰ 'ਤੇ ਇੱਦਾਂ ਦੀਆਂ ਟਿੱਪਣੀਆਂ ਹੋ ਰਹੀਆਂ। ਪਰ ਜਿਹੜਾ ਜ਼ਿਕਰ ਇਹ ਵਿੱਚ ਆ ਰਿਹਾ ਕਿ ਪਹਿਲਾਂ 2 ਵਿਅਕਤੀ ਹੋਰ ਵੀ ਉਹਨਾਂ ਨੂੰ ਵੀ ਟਾਰਗੇਟ ਕਰਕੇ ਕਿਲ ਕੀਤਾ ਗਿਆ, ਤਾਂ ਮੰਨਦੇ ਹੋ ਕਿ ਜੇ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਜੋੜ ਕੇ ਦੇਖੀਏ ਤਾਂ ਇਹ ਸੰਭਵ ਹੋ ਸਕਦਾ ਕਿ ਇੱਦਾਂ ਦੇ ਹਾਲਾਤ ਪੈਦਾ ਹੋਏ ਹੋਣ ਕਿ ਜਿਹੜੇ ਲੋਕ ਐਂਟੀ ਭਾਰਤ ਗੱਲ ਕਰ ਰਹੇ ਨੇ? ਨਹੀਂ, ਮੈਨੂੰ ਨਹੀਂ ਕੋਈ ਇਤਰਾਜ਼ ਇਹਨਾਂ ਚੀਜ਼ਾਂ ਤੇ। ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਪਾਕਿਸਤਾਨ ਨੇ ਕਿਉਂ ਨਹੀਂ ਅਜੇ ਤੱਕ ਇਨਵੈਸਟੀਗੇਸ਼ਨ ਕੀਤੀ? ਵੀ ਜ਼ਫਰਵਾਲ ਨਹੀਂ, ਕੀ ਨਾਂ ਸੀ ਉਹਨਾਂ ਦਾ, 5 ਵਾਰ ਜਿਨ੍ਹਾਂ ਦੀ ਡੈਥ ਹੋਈ ਹੈ, ਉਹਦਾ ਕਿਲਰ ਕੌਣ ਸੀਗੇ ਕੌਣ ਨਹੀਂ, ਕਿਉਂ ਨਹੀਂ? ਵਾਈ ਡੂ ਕੰਟਰੀਜ਼ ਫੇਲ? ਸਾਡੇ ਘਰ 'ਚ ਕਿਸੇ ਦੀ ਡੈਥ ਹੋ ਜਾਵੇ ਅਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਦੋਂ ਇਨਵੈਸਟੀਗੇਸ਼ਨ ਕਿਸੇ ਚੀਜ਼ ਦੀ ਨਹੀਂ ਹੁੰਦੀ ਉਦੋਂ ਫਿਰ ਕਿਆਸ ਲਾਏ ਜਾਂਦੇ ਨੇ, ਤੇ ਮੈਂ ਉਹਨਾਂ ਕਿਆਸਾਂ 'ਚ ਨਹੀਂ ਜਾਣਾ ਚਾਹੁੰਦਾ, ਨਾ ਮੇਰੇ ਕੋਲ ਕੋਈ ਅਥਾਰਟੀ ਹੈ। ਹਾਲਾਤ ਤਾਂ ਸਾਡੇ ਮੁਲਕ 'ਚ ਵੀ ਮੈਨੂੰ ਲੱਗਦਾ ਕੋਈ ਜ਼ਿਆਦਾ ਅਲੱਗ ਨਹੀਂ ਹੈਗੇ। ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤਾਂ ਉਹਦੇ ਵੀ ਹਲੇ ਤੱਕ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ। ਪੰਜਾਬ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਇੰਨੀਆਂ ਲੰਮਾ ਸਮਾਂ ਹੋ ਗਿਆ 2015 ਤੋਂ ਹੋਈਆਂ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਲੱਗਦਾ ਕਿ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਪੋਲੀਟੀਸਾਈਜ਼ ਹੋ ਜਾਂਦੇ ਨੇ, ਇਸੇ ਕਰਕੇ ਉਹਨਾਂ ਦੇ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਫੇਲ ਹੋ ਜਾਂਦੀ ਹੈ। ਪੁਲਿਸ ਇਨਵੈਸਟੀਗੇਸ਼ਨ ਪਾਰਸ਼ਲ ਹੋ ਜਾਂਦੀ ਹੈ। ਪੁਲਿਸ ਇਨਵੈਸਟੀਗੇਸ਼ਨ ਅਨਪ੍ਰੋਫੈਸ਼ਨਲ ਹੋ ਜਾਂਦੀ ਹੈ, ਤਾਂ ਫੇਲ ਹੁੰਦੇ ਨੇ। ਹੁਣ ਜਿੰਨੇ ਵੀ ਤੁਸੀਂ ਪੰਜਾਬ ਦੇ ਮਸਲੇ ਰੈਫਰ ਕਰ ਰਹੇ ਹੋ ਉਹ ਇੱਕ ਅਲੱਗ ਕਾਰਨ ਹੈ ਉਹਦਾ, ਉਹਨਾਂ ਨੂੰ ਆਪਾਂ ਨਿੱਜਰ ਨਾਲ ਨਹੀਂ ਕੰਪੇਅਰ ਕਰ ਸਕਦੇ। ਨਿੱਜਰ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਡਿਫਾਈਨ ਕਰਦਾ। ਸਾਡੇ ਘਰ ਦੀ ਜਿਹੜੀ ਕ੍ਰਿਮੀਨਲ ਸਿਚੁਏਸ਼ਨ ਹੈ ਉਹ ਆਪਾਂ ਫਿਰ ਡਿਸਕਸ ਕਰ ਸਕਦੇ ਹਾਂ। ਵੈਸੇ ਹੁਣ ਤੁਸੀਂ ਕੀ ਜਿਹੜੇ ਲੋਕ ਇਸ ਵੇਲੇ ਭਾਰਤ ਦੇ ਖਾਸ ਕਰਕੇ ਕੈਨੇਡਾ ਦੇ ਵਿੱਚ ਫਸੇ ਹੋਏ ਨੇ ਜਾਂ ਇੱਥੇ ਵੀ ਬਹੁਤ ਸਾਰੇ ਲੋਕ ਕੈਨੇਡੀਅਨ ਹੈਗੇ ਨੇ, ਕੋਈ ਤੁਹਾਡੇ ਵੱਲੋਂ ਰਾਏ ਵੀ ਇਸ ਵੇਲੇ ਕੀ ਸਬਰ ਹੀ ਕਰਨਾ ਚਾਹੀਦਾ ਜਾਂ ਵੇਟ ਕਰਨੀ ਚਾਹੀਦੀ ਹੈ? ਕਿ ਬਿਲਕੁਲ ਵੇਟ ਕਰਨੀ ਚਾਹੀਦੀ ਹੈ। ਮੇਰੇ ਵੀ ਪਰਿਵਾਰ ਦੇ ਕਈ ਲੋਕ ਕੈਨੇਡਾ ਬੈਠੇ ਨੇ, ਮੈਂ ਫਟਾਫਟ ਉਹਨਾਂ ਨੂੰ ਕਾਲ ਵੀ ਕੀਤਾ। ਉਹ ਕਹਿੰਦੇ ਨਹੀਂ ਕੋਈ ਇੰਨੀ ਚਿੰਤਾ ਵਾਲੀ ਗੱਲ ਨਹੀਂ ਹੈਗੀ। ਗੱਲ ਇਹ ਹੈ ਵੀ ਜਿਹੜੇ ਬੰਦੇ ਦੂਰ ਬੈਠੇ ਹੁੰਦੇ ਨੇ ਉਹਨਾਂ ਨੂੰ ਚਿੰਤਾ ਹੁੰਦੀ ਹੈ। ਹੁਣ ਜਦੋਂ ਪੰਜਾਬ 'ਚ ਬੜਾ ਸ਼ਿਖਰ ਤੇ ਅੱਤਵਾਦ ਸੀਗਾ ਤੇ ਮੈਂ ਵੀ ਪੱਤਰਕਾਰ ਸੀ ਟਾਈਮਸ ਆਫ ਇੰਡੀਆ ਨਾਲ, ਉਹਨਾਂ ਦੇ ਨਾਲ, ਤੇ ਮੈਂ ਜੈਪੁਰ ਹੁੰਦਾ ਸੀ। ਤੇ ਉਹ ਮੈਂ ਜਦੋਂ ਪੰਜਾਬ ਆਣਾ ਉਹ ਕਹਿੰਦੇ ਅਬ ਤੂੰ ਆਏਗਾ ਕਿ ਨਹੀਂ ਆਏਗਾ, ਇਹ ਹਮਾਰੇ ਸੇ ਮਿਠਾਈ ਖਾ ਜਾ। ਤੇ ਜਦੋਂ ਮੈਂ ਇੱਥੇ ਆਂਦਾ ਸੀ ਮੈਨੂੰ ਕੋਈ ਮਾਹੌਲ ਹੀ ਨਹੀਂ ਸੀ ਲੱਗਦਾ। ਮੈਂ ਰਾਤ ਨੂੰ ਵੀ ਬੱਸਾਂ 'ਚ ਟਰੈਵਲ ਕਰਦਾ ਸੀ, ਮੈਂ ਦਿਨੇ ਵੀ ਕਰਦਾ ਸੀ, ਬਿਕੋਜ਼ ਆਫ ਮਾਈ ਫੈਮਿਲੀ ਰੀਜ਼ਨਸ ਔਰ ਬਿਕੋਜ਼ ਆਫ ਮਾਈ ਵਟਐਵਰ ਰੀਜ਼ਨ। ਤੋ ਜਿਹੜੇ ਬਾਹਰ ਡਿਸਟੈਂਸ 'ਤੇ ਹੁੰਦੇ ਨੇ ਉਹ ਡਿਸਟੈਂਸ 'ਚ ਇੱਕ ਐਲੀਮੈਂਟ ਆਫ ਫੀਅਰ ਜ਼ਿਆਦਾ ਹੋ ਜਾਂਦਾ, ਇੱਕ ਐਲੀਮੈਂਟ ਆਫ ਅਨਸਰਟਨਟੀ ਜ਼ਿਆਦਾ ਹੋ ਜਾਂਦਾ। ਤਾਂ ਮੈਂ ਹੁਣ ਕਈਆਂ ਨਾਲ ਗੱਲ ਕੀਤੀ ਹੈ। ਕੈਨੇਡੀਅਨ ਗਵਰਨਮੈਂਟ ਵੀ ਮੈਨੂੰ ਲੱਗਦਾ ਇਸ ਚੀਜ਼ ਨੂੰ ਇਨਸ਼ੋਰ ਕਰੇਗੀ ਕਿ ਜਿਨ੍ਹਾਂ ਅੰਦਰ ਸੈਂਸ ਆਫ ਇਨਸਿਕਿਉਰਿਟੀ ਆਈ ਹੈ, ਜੇ ਪੰਨੂ ਨੇ ਇੱਕ ਦੇ ਵੀ ਦਿੱਤੀ ਹੈ ਸਟੇਟਮੈਂਟ ਕਿ ਉਹ ਸਾਰੇ ਇੰਡੀਅਨਸ ਜਾਂ ਹਿੰਦੂਜ਼ ਉਹ ਕਹਿੰਦਾ ਹੈਗਾ ਜਿਹੜੇ ਜਿਹੜਾ ਕੈਨੇਡਾ ਨਾਲ ਜਾਂ ਖਾਲਿਸਤਾਨ ਨਾਲ ਨਹੀਂ ਸਹਿਮਤ ਹੁੰਦੇ ਉਹ ਵਾਪਸ ਚਲੇ ਜਾਣ। ਤੇ ਮੈਨੂੰ ਲੱਗਦਾ ਕੈਨੇਡਾ ਵਿਲ ਟੇਕ ਕੇਅਰ ਆਫ ਆਲ ਦਿਸ। ਵੈਸੇ ਸਰ ਪੰਨੂ ਵੀ ਬੜਾ ਡਿਬੇਟੇਬਲ ਇਨਸਾਨ ਹੈਗਾ, ਉਹਦੀਆਂ ਟਿੱਪਣੀਆਂ ਨੂੰ ਲੋਕ ਇੰਨਾ ਸੀਰੀਅਸ, ਤੁਸੀਂ ਵੀ ਹੁਣ ਜ਼ਿਕਰ ਕੀਤਾ, ਸੀਰੀਅਸ ਲੈ ਰਹੇ ਨੇ ਜਾਂ ਫਿਰ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਡਿਫਾਈਨ ਕਰਦੇ ਹੋ ਕਿ ਉਹ ਵਿਅਕਤੀ ਦੀ ਪਰਿਭਾਸ਼ਾ ਕੀ ਹੈਗੀ? ਕਿਉਂਕਿ ਇੱਕ ਪਾਸੇ ਖਾਲਿਸਤਾਨ ਦਾ ਜ਼ਿਕਰ, ਇੱਕ ਪਾਸੇ ਉਹ ਆਪ ਕੱਟ-ਛੱਟ ਹੈਗਾ, ਦੂਸਰੇ ਪਾਸੇ ਇਹ ਵੀ ਜ਼ਿਕਰ ਆਉਂਦਾ ਕਿ ਜਦੋਂ ਕਿਸੇ ਧਾਰਮਿਕ ਥਾਂ 'ਤੇ ਜਾਂਦਾ ਤੇ ਉਹਦੀ ਸਿਕਿਉਰਿਟੀ ਜਿਹੜੀ ਆ ਨੰਗੇ ਸਿਰ ਹੁੰਦੀ ਹੈ ਉੱਥੇ। ਫਿਰ ਕਿਸ ਤਰੀਕੇ ਦਾ ਰਿਲੀਜਨ ਦੀ ਗੱਲ ਹੋ ਰਹੀ ਹੈ ਜਾਂ ਕਿਸ ਤਰੀਕੇ ਦੀ ਉਹਦੀ ਹੈਗੀ? ਇਸ ਬਾਰੇ ਮੈਂ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਤੇ ਮੈਨੂੰ ਲੱਗਦਾ ਮੇਰੇ ਸਿੱਖ ਭਰਾਵਾਂ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਨੇ ਇੰਨਾ ਵੱਡਾ ਐਜੀਟੇਸ਼ਨ ਚਲਾਇਆ
ਕਿ ਸਿੱਖੀ ਦਾ ਜਿਹੜਾ ਸਰੂਪ ਹੈ ਉਹ ਪੂਰਨ ਹੋਣਾ ਚਾਹੀਦਾ ਜੀ। ਤੇ ਹੁਣ ਇਹ ਸਿੱਖੀ ਦਾ ਸਰੂਪ ਜਿਹਦਾ ਪੂਰਨ ਨਹੀਂ ਹੈਗਾ ਉਹਦੇ ਕਹਿਣ ਤੇ ਸਿੱਖੀ ਫੋਲੋ ਕਿਉਂ ਬਣ ਗਈ ਹੈ, ਇਹਦੇ ਬਾਰੇ ਮੈਂ ਤੇ ਕਮੈਂਟ ਕਰਨ ਦੇ ਕਾਬਿਲ ਹੀ ਨਹੀਂ ਹੈ। ਤੇ ਇਹ ਤੇ ਮੈਨੂੰ ਲੱਗਦਾ ਜਿਹੜੇ ਮੇਰੇ ਸਿੱਖ ਭਰਾ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜਾ ਬੰਦਾ ਸਿੱਖੀ ਦੇ ਸਰੂਪ ਨੂੰ ਮਾਣ ਨਾਲ, ਸਤਿਕਾਰ ਨਾਲ ਤੇ ਸਵਾਭਿਮਾਨ ਨਾਲ ਕੈਰੀ ਨਹੀਂ ਕਰ ਰਿਹਾ ਤੇ ਉਹ ਐਦਾਂ ਦੀ ਸਟੇਟਮੈਂਟਸ ਦਿੰਦਾ ਟੂ ਪ੍ਰੋਵੋਕ ਅਸ। ਇਹ ਮੈਨੂੰ ਲੱਗਦਾ ਸਾਰੀ ਸਿੱਖੀ ਲਈ ਇੱਕ ਵੱਡਾ ਸਵਾਲ ਹੈ। ਇਹਦੇ ਚ ਮੈਂ ਕੁਝ ਨਹੀਂ ਕਹਿ ਸਕਦਾ। ਬਹੁਤ ਸ਼ੁਕਰੀਆ। ਜੀ ਸਨ ਅਜੇ ਭਾਰਦਵਾਜ ਜੀ ਸੀਨੀਅਰ ਜਰਨਲਿਸਟ ਨੇ, ਲੰਮਾ ਸਮਾਂ ਹੋ ਗਿਆ ਵੱਖ-ਵੱਖ ਮਸਲਿਆਂ ਤੇ ਆਪਣਾ ਪੱਖ ਜਿਹੜਾ ਆ ਉਹ ਰੱਖਦੇ ਰਹੇ ਨੇ। ਅੱਜ ਵੀ ਇਸ ਮਸਲੇ ਨੂੰ ਲੈ ਕੇ, ਕਿਉਂਕਿ ਅਸੀਂ ਵੱਖ-ਵੱਖ ਲੋਕਾਂ ਤੋਂ ਜਾ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਇਹ ਜਿਹੜੇ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਭਾਰਤ ਅਤੇ ਕੈਨੇਡਾ ਦੇ ਵਿਚਾਲੇ, ਇਹਨਾਂ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ। ਤਾਂ ਇਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਕਿ ਇਹ ਕਿਸ ਤਰੀਕੇ ਨਾਲ ਜਿਹੜੀਆਂ ਤਮਾਮ ਚੀਜ਼ਾਂ ਨੇ ਇਹਨਾਂ ਨੂੰ ਡੀਕੋਡ ਕਰ ਰਹੇ ਨੇ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਵੇਲੇ ਦੋਹਾਂ ਮੁਲਕਾਂ ਦੇ ਵਿਚਾਲੇ ਚੱਲ ਰਹੀਆਂ, ਤੇ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਮੁਲਕਾਂ ਨੂੰ ਇਸ ਵੇਲੇ ਸਮਝਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਲੋਕ ਭਾਰਤ ਦੇ ਕੈਨੇਡਾ ਦੇ ਵਿੱਚ ਨੇ ਤੇ ਕੈਨੇਡਾ ਦੇ ਭਾਰਤ ਦੇ ਵਿੱਚ ਨੇ। ਤਾਂ ਉਹਨਾਂ ਹਾਲਾਤਾਂ ਨੂੰ ਸਮਝਦੇ ਹੋਏ ਬੜੇ ਠਰਮੇ ਦੇ ਨਾਲ ਜਿਹੜੇ ਨੇ ਉਹ ਫੈਸਲੇ ਲੈਣੇ ਚਾਹੀਦੇ ਨੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਸਹਿਯੋਗੀ ਲਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।